ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਅਤੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ ਜੋ ਮਹਾਰਾਜ ਨੇ ਸ਼ਾਮ ਦੇ ਸਮੇਂ ਆਪਾਂ ਨੂੰ ਹਰ ਰੋਜ਼ ਦੀ ਤਰ੍ਹਾਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਗੁਰੂ ਮਹਾਰਾਜ ਦੇ ਦਰ ਘਰ ਦੀ ਹਾਜ਼ਰੀ ਭਰਦਿਆਂ ਹੋਇਆਂ ਮਾਈ ਭਾਈ ਗੁਰੂ ਕਾ ਸੋਹਣਾ ਸੁੰਦਰ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਦਸਾਂ ਪਾਤਸ਼ਾਹੀਆਂ ਦਾ ਅਤ ਸੁੰਦਰ ਇਤਿਹਾਸ ਛੰਦਾਬੰਦੀ ਅੰਦਰ ਦੂਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਅੰਸ਼ ਵੰਸ਼ 12ਵੀਂ ਪੀੜ੍ਹੀ ਦੇ ਵਿੱਚੋਂ ਅਤ ਸਤਿਕਾਰਯੋਗ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਉਹਨਾਂ ਨੇ ਭਾਈ ਇਤਿਹਾਸ ਜੋ ਲਿਖਿਆ ਹੈ, ਜੋ ਕਿ ਸੰਤ ਰੇਣ ਕਵੀ ਪ੍ਰੇਮ ਸਿੰਘ ਅਤੇ ਬਾਬਾ ਪ੍ਰੇਮ ਸਿੰਘ ਬੇਦੀ ਇਹ ਦੋਵੇਂ ਗੁਰ ਭਾਈ ਸਨ। ਅੰਮ੍ਰਿਤਸਰ ਸਾਹਿਬ ਸੰਤ ਅਮੀਰ ਸਿੰਘ ਜੀ ਜੋ ਕਿ ਭਾਈ ਮਨੀ ਸਿੰਘ ਜੀ ਦੀ ਚਲਾਈ ਹੋਈ ਅਰਥ ਪੜ੍ਹਾਉਣ ਗੁਰਬਾਣੀ ਵਿਚਾਰ ਇਹ ਟਕਸਾਲ ਦੇ ਉਸ ਸਮੇਂ ਮੁਖੀ ਸਨ ਔਰ ਬੜੀ ਕਮਾਈ ਵਾਲੇ ਸਾਧੂ ਸਨ। ਉਹਨਾਂ ਦੇ ਕੋਲ ਰਹਿ ਕਰਕੇ ਇਹਨਾਂ ਵਿਦਿਆ ਪੜ੍ਹੀ। ਇਸ ਕਰਕੇ ਵਿਦਿਆ ਪਹਿਲਾਂ ਸੰਤ ਰੇਣ ਕਵੀ ਪ੍ਰੇਮ ਸਿੰਘ ਜੀ ਆਏ ਪੜ੍ਹਨ, ਫਿਰ ਬਾਬਾ ਪ੍ਰੇਮ ਸਿੰਘ ਬੇਦੀ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਅੰਸ਼ ਵੰਸ਼ ਵਿੱਚੋਂ ਸਨ। ਤੇ ਵਿਦਿਆ ਇੱਕ ਉਸਤਾਦ ਕੋਲੋਂ ਪੜ੍ਹਨ ਕਰਕੇ ਗੁਰ ਭਾਈ ਸੀ। ਇਹ ਵੱਡੇ ਗੁਰ ਭਾਈ ਸਨ, ਛੋਟੇ ਸਨ। ਤੇ ਬਾਬਾ ਪ੍ਰੇਮ ਸਿੰਘ ਜੀ ਬੇਦੀ ਉਮਰ ਵਿੱਚ ਵੀ ਸੰਤ ਰੇਣ ਪ੍ਰੇਮ ਸਿੰਘ ਜੀ ਤੋਂ ਛੋਟੇ ਸੀ। ਉਹਨਾਂ ਬੇਨਤੀ ਕੀਤੀ ਕਿ ਹੇ ਸੰਤ ਰੇਣ ਪ੍ਰੇਮ ਸਿੰਘ ਜੀ, ਤੁਸੀਂ ਵਿਦਵਾਨ ਹੋ, ਕਿਰਪਾ ਕਰੋ ਵੀ ਸਮਾਂ ਜਦੋਂ ਭਾਈ ਬਾਲਾ ਜੀ ਨੂੰ ਸੱਦ ਕਰਕੇ ਪੈੜੇ ਮੋਖੇ ਤੋਂ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਨਮ ਸਾਖੀ ਜਿਹੜੀ ਉਹ ਲਿਖਵਾਈ। ਤੁਸੀਂ ਉਹਨਾਂ ਸਤਿਗੁਰਾਂ ਦੀ ਹੀ ਅੰਸ਼ ਵੰਸ਼ ਤ੍ਰੇਹਣ ਵੰਸ਼ ਵਿੱਚੋਂ ਹੋ, ਵਿਦਵਾਨ ਹੋ। ਕਿਰਪਾ ਕਰੋ ਕਿ ਜੋ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਸਾਂ ਪਾਤਸ਼ਾਹੀਆਂ ਦਾ ਬਹੁਤ ਸੁੰਦਰ ਇਤਿਹਾਸ ਲਿਖਿਆ ਹੈ,
ਆਪ ਜੀ ਉਸੇ ਨੂੰ ਉਧਾਰ ਬਣਾ ਕੇ ਗੁਰਮਤਿ ਦੀ ਕਸਵੱਟੀ ਗੁਰਬਾਣੀ ਮੁਤਾਬਕ, ਕਿਉਂਕਿ ਕੋਈ ਨਾ ਕੋਈ ਥੋੜੇ ਬਹੁਤੇ ਉਸ ਦੇ ਵਿੱਚ ਰਲਾ ਪਏ ਹਨ। ਜਿਹੜੇ ਤਾਂ ਕੋਈ ਸਿਆਣੇ ਸੱਜਣ ਕਥਾ ਕਰਨ ਵਾਲੇ, ਉਹ ਤੇ ਹਰ ਗੱਲ ਨੂੰ ਗੁਰਮਤਿ ਦੇ ਮੁਤਾਬਕ ਸੁਣਾ ਦਿੰਦੇ ਆ। ਜਦੋਂ ਗੁਰਮੁਖੋ ਕਈ ਅਣਜਾਣ ਜਾਂ ਮੰਦ ਬੁੱਧੀ ਜਿਹੜੇ ਹਨ, ਉਹ ਫਿਰ ਕੋਈ ਨਾ ਕੋਈ ਇਹੋ ਜਿਹੀ ਗੱਲ ਕੱਢਦੇ ਆ ਜਿਹਦੇ ਨਾਲ ਗੁਰੂ ਘਰ ਦੀ ਹੀ ਨਿੰਦਾ ਹੋਵੇ। ਤੋ ਫਿਰ ਸੰਤ ਰੇਣ ਪ੍ਰੇਮ ਸਿੰਘ ਜੀ ਨੇ ਬਾਬਾ ਪ੍ਰੇਮ ਸਿੰਘ ਜੀ ਦੇ ਤੇ ਹੋਰ ਸਿੱਖ ਸੰਗਤਾਂ ਦੀ ਬੇਨਤੀ ਮੰਨ ਕੇ ਇਹ ਜਿਹੜਾ 10 ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ ਔਰ ਬਕਾਇਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਦਵਾਨਾਂ ਦਾ ਇਕੱਠ ਸੱਦ ਕਰਕੇ ਇਸ ਨੂੰ ਪ੍ਰਮਾਣਿਤ ਕੀਤਾ ਗਿਆ। ਫਿਰ ਇਹ ਗ੍ਰੰਥ ਛਪਿਆ ਦਾ ਨਾਂ ਰੱਖਿਆ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਭਾਵ ਇਹ ਜੋ ਗ੍ਰੰਥ ਹੈ ਇੱਕ ਤਰ੍ਹਾਂ ਦਾ ਗੁਰੂਪੁਰੀ ਹੈ, ਨਗਰ ਹੈ। ਫਿਰ ਨਗਰ ਦੇ ਵਿੱਚ ਮਹੱਲੇ ਹੁੰਦੇ ਨੇ, 10 ਮਹੱਲੇ 10 ਪਾਤਸ਼ਾਹੀਆਂ ਦਾ ਇਤਿਹਾਸ ਹੈ। ਇੱਕ ਮਹੱਲੇ ਵਿੱਚ ਘਰ ਹੁੰਦੇ ਆ, ਇਹ ਪ੍ਰਸੰਗਾਂ ਨੂੰ ਵੰਡਿਆ ਗਿਆ। ਉਹ ਫਿਰ ਗਿਆਨੀ ਜੀ ਨੇ ਜੋ ਹੈ ਸੰਤ ਰੇਣ ਜੀ ਨੇ ਘਰਾਂ ਦਾ ਮੰਦਰ ਜਿਹੜਾ ਹੈ ਉਹ ਪ੍ਰਸੰਗਾਂ ਦਾ ਅਧਿਆਇਆਂ ਦੀ ਜਗ੍ਹਾ ਤੇ ਇੱਕ ਘਰ ਰੂਪ ਪ੍ਰਸੰਗ ਬਣਾਏ ਨੇ, ਜਿਨ੍ਹਾਂ ਵਿੱਚੋਂ ਗੁਰਮੁਖੋ ਆਪਾਂ ਕੱਲ ਤੱਕ ਜੋ 29ਵੇਂ ਘਰ ਦਾ ਪ੍ਰਸੰਗ ਸਰਵਣ ਕੀਤਾ ਹੈ, ਜੋ ਕਾਮਰੂ ਦੇਸ਼, ਕਾਮ ਦੇਸ਼, ਅਸਾਮ ਬੰਗਾਲ ਦੇ ਇਲਾਕੇ ਵਿੱਚ ਮਹਾਰਾਜ ਦਾ ਜਾਣਾ, ਕਿਵੇਂ ਜਿਹੜੀਆਂ ਜੰਤਰਾਂ ਮੰਤਰਾਂ ਵਿੱਚ ਇਸਤਰੀਆਂ ਫਸੀਆਂ, ਤ੍ਰਿਆ ਰਾਜ ਸੀ, ਉਹਨਾਂ ਨੂੰ ਉਪਦੇਸ਼ ਦਿੱਤਾ। ਔਰ ਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਧਰਮਸਾਲ ਬਣਵਾਈ ਉੱਥੇ, ਔਰ ਨਾਮ ਬਾਣੀ ਦਾ ਉਪਦੇਸ਼, ਗੁਰੂ ਮਹਾਰਾਜ ਨੇ ਸਾਸੰਗ ਕਰਨ ਦਾ ਉਪਦੇਸ਼ ਕਿਹਾ। ਭਾਈ ਇਸ ਤਰ੍ਹਾਂ ਦੇ ਨਾਲ ਪਾਪਾਂ ਦਾ ਨਾਸ਼ ਹੋ, ਮੁਕਤੀ ਦੀ ਪ੍ਰਾਪਤੀ ਹੋਵੇਗੀ। ਆਓ ਅੱਗੇ 30ਵੇਂ ਘਰ ਦਾ ਪ੍ਰਸੰਗ ਪ੍ਰੇਮ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚੱਲੋ ਤਹਾਂ ਤੇ ਸਤਿਗੁਰੂ, ਸ੍ਰੀ ਨਾਨਕ ਸੁਖ ਕੰਦ। ਚਲੋ ਦੀ ਜਗ੍ਹਾ ਚੱਲੇ, ਚੱਲੇ ਤਹਾਂ ਤੇ ਸਤਿਗੁਰੂ, ਸ੍ਰੀ ਨਾਨਕ ਸੁਖ ਕੰਦ। ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੁੱਖਾਂ ਦਾ ਮੂਲ। ਫਿਰ ਇਥੋਂ ਪਾਤਸ਼ਾਹ ਜੀ ਅੱਗੇ ਚੱਲੇ ਹਨ। ਜਿਨੇ ਕਮਾਇਓ ਮੰਤਰ ਬਾਰ, ਜੁਗ ਲੋਗਨ ਆਨੰਦ। ਜਿਨ੍ਹਾਂ ਨੇ ਭਾਈ ਗੁਰੂ ਪਾਤਸ਼ਾਹ ਜੀ ਦੇ ਸ੍ਰੇਸ਼ਟ ਮੰਤਰ ਉਪਦੇਸ਼ ਨੂੰ ਕਮਾ ਲਿਆ, ਜੁਗ ਲੋਗਨ ਆਨੰਦ, ਉਹਨਾਂ ਨੂੰ ਦੋਵਾਂ ਲੋਕਾਂ ਦਾ ਹੀ ਆਨੰਦ ਪ੍ਰਾਪਤ ਹੋ ਜਾਂਦਾ ਹੈ। ਚੌਪਈ ਚਲਤ ਚਲਤ ਗਏ ਬੁਰ ਬਨ ਆਇਓ। ਚਲਦਿਆਂ ਚਲਦਿਆਂ ਬਹੁਤ ਸੰਘਣਾ, ਬਹੁਤ ਵੱਡਾ ਇੱਕ ਜੰਗਲ ਆ ਗਿਆ ਹੈ। ਕਲ ਜੁਗ ਆਪਣਾ ਰੂਪ ਦਿਖਾਇਓ। ਤਾਂ ਉੱਥੇ ਆ ਕੇ ਕਲਯੁਗ ਇੱਕ ਬਹੁਤ ਵੱਡਾ ਰੂਪ ਸਰੂਪ ਆਪਣਾ ਦੇਹ ਬਣਾਈ, ਉਹਨੇ ਆ ਕੇ ਆਪਣਾ ਰੂਪ ਦਿਖਾਇਆ ਹੈ। ਹਾਥ ਬੰਦ ਗੁਰ ਚਰਨਨ ਪਰਿਓ। ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਇਹਨੂੰ ਵਿਸਥਾਰ ਨਾਲ ਲਿਖਿਆ, ਕਿਵੇਂ ਉਹਨੇ ਕਦੇ ਹਨੇਰੀ ਚਲਾਈ, ਕਦੇ ਕੁਛ ਕੀਤਾ, ਕਦੇ ਕੁਝ ਆਪਦਾ ਰੂਪ ਵੀ ਹੋਰ ਇਤਕਾਂ ਵਿਗਾੜਿਆ ਜਾ ਹੋਇਆ ਹੈ। ਪਰ ਜਦੋਂ ਕੋਈ ਅਸਰ ਨਾ ਹੋਇਆ, ਫਿਰ ਉਹ ਜਾਣ ਗਿਆ ਪੂਰਨ ਪੁਰਖ ਨੇ। ਹਾਥ ਬੰਦ ਗੁਰ ਚਰਨਨ ਪਰਿਓ। ਹੱਥ ਜੋੜ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਪੈ ਗਿਆ ਹੈ। ਬਿਨੈ ਸਹਿਤ ਬਚ ਮੁਖ ਤੇ ਰਰਿਓ। ਬੇਨਤੀ ਸਹਿਤ ਮੁਖੋਂ ਇਹ ਬਚਨ ਕਹੇ ਹਨ। ਹੇ ਸਤਿਗੁਰ ਮੁਝ ਸਿੱਖ ਬਣਾਵੋ। ਹੇ ਸਤਿਗੁਰੂ ਜੀ ਮੈਨੂੰ ਵੀ ਆਪਣਾ ਸਿੱਖ ਬਣਾਓ। ਨਿਜ ਚਰਨਨ ਲਾ ਮੁਕਤ ਕਰਾਵੋ। ਆਪਣੇ ਚਰਨਾਂ ਨਾਲ ਜੋੜ ਕੇ ਪਾਤਸ਼ਾਹ ਜੀ ਮੈਨੂੰ ਵੀ ਮੁਕਤ ਕਰ ਦਿਓ ਜੀ। ਕਹਿ ਸਤਿਗੁਰ ਨਿਜ ਕਹੋ ਸੁਭਾਵ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਕਿ ਕਲਯੁਗ ਤੂੰ ਭਾਈ ਆਪਣਾ ਸੁਭਾਅ ਕਹਿ, ਤੇਰਾ ਕਿਸ ਤਰ੍ਹਾਂ ਦਾ ਜੋ ਕਲਯੁਗ ਦਾ ਸੁਭਾਅ ਹੈ।
ਜੋ ਨਿਜ ਅਮਰ ਚਲਾਵਹਿ ਰਾਵ। ਆ ਜਿਹੜਾ ਤੂੰ ਆਪ ਲੋਕਾਂ ਤੇ ਹੁਕਮ ਚਲਾਉਂਦਾ ਹੈ। ਦੋਹਰਾ ਕਲ ਯੁਗ ਕਹਿਓ ਸੁਭਾਵ ਜੋ, ਸੁਨੀਏ ਸ੍ਰੀ ਗੁਰ ਰਾਏ। हे ਪ੍ਰਕਾਸ਼ ਸਰੂਪ, ਰਾਏ ਦਾ ਭਾਵ ਪ੍ਰਕਾਸ਼, ਰਾਏ ਦਾ ਭਾਵ ਰਾਜਾ ਸਰੂਪ। ਮੁੱਖ ਅਰਥ ਹੀ ਹੈ ਪ੍ਰਕਾਸ਼ ਸਰੂਪ, ਭਾਵ ਪ੍ਰਕਾਸ਼ ਕੀ ਹੈ ਬ੍ਰਹਮ। ਕਿ हे ਪਰਮੇਸ਼ਰ ਸਤਿਗੁਰੂ ਜੀ, ਕਲਯੁਗ ਕਹਿਣ ਲੱਗਿਆ ਜੋ ਸੁਭਾਅ ਹੈ ਮੇਰਾ ਉਹ ਸੁਣ ਲਵੋ ਜੀ। ਬੁੱਧ ਸਭਨ ਵਿਪਰੀਤ ਕਰ, ਦੇਹੋਂ ਕੋ ਕਰਮ ਚਲਾਏ। ਕਹਿੰਦਾ ਮੈਂ ਜਿੱਥੇ ਵਰਤਦਾ ਹਨ, ਜਿੱਥੇ ਮੇਰਾ ਪ੍ਰਭਾਵ ਪੈਂਦਾ ਹੈ, ਉੱਥੇ ਮੈਂ ਸਾਰਿਆਂ ਦੀ ਬੁੱਧੀ ਉਲਟੀ ਕਰ ਦਿੰਦਾ ਹਾਂ, ਪੁੱਠੀ ਕਰ ਦਿੰਦਾ। ਦੇਹੋਂ ਕੋ ਕਰਮ ਚਲਾਏ, ਉੱਥੇ ਮੈਂ ਖੋਟੇ ਕਰਮ ਉਹਨਾਂ ਦੇ ਵਿੱਚ ਚਲਾ ਦਿੰਦਾ ਹਾਂ। ਚੌਪਈ ਕੀ ਕਰਦਾ ਕਲਯੁਗ, ਚੋਰੀ ਜਾਰੀ ਨਿੰਦਾ ਕੂਰੰ। ਮਹਾਰਾਜ ਮੈਂ ਜਿਹਦੇ ਤੇ ਪ੍ਰਭਾਵ ਪਾਲਾਂ, ਕਿਸੇ ਨੂੰ ਚੋਰੀ ਵੱਲ, ਕਿਸੇ ਨੂੰ ਜਾਰੀ ਵੱਲ, ਕਿਸੇ ਨੂੰ ਨਿੰਦਿਆ ਕਰਨ ਵੱਲ, ਕੂਰ ਕਹੀਏ ਝੂਠ ਵੱਲ ਲਾ ਦਿੰਦਾ ਹਾਂ। ਲੰਪਟ ਭੋਗੀ ਤ੍ਰਿਸ਼ਨਾ ਭੂਰੰ, ਤੇ ਭੋਗ ਪਦਾਰਥਾਂ ਵਿੱਚ ਲਪਾਏਮਾਨ ਕਰ ਦਿੰਦਾ। ਬਹੁਤ ਜ਼ਿਆਦੇ ਮਨੁੱਖ ਦੇ ਵਿੱਚ ਤ੍ਰਿਸ਼ਨਾ ਭਰ ਦਿੰਦਾ ਹਾਂ। ਬਾਟ ਪਾਰ ਜੋ ਸੂਰ ਕਹਾਵੇ, ਤੇ ਮੇਰੇ ਰਾਜ ਦੇ ਵਿੱਚ ਤਾਂ ਮਹਾਰਾਜ ਇਉਂ ਉਲਟਾ ਹੋ ਜਾਂਦਾ। ਜਿਹੜੇ ਰਾਹ ਮਾਰਨੇ ਠੱਗ, ਜਿਹੜੇ ਆ ਲੁਟੇਰੇ, ਉਹੀ ਆਪਣੇ ਆਪ ਨੂੰ ਸੂਰਮੇ ਕਹਾਉਂਦੇ ਐ। ਸਾਚ ਕਹੈ 360 ਠਹਿਰਾਵੇ, ਤੇ ਜਿਹੜਾ ਕੋਈ ਮਨੁੱਖ ਸੱਚ ਕਹਿੰਦਾ ਹੈ ਉਸ ਨੂੰ ਮੂਰਖ ਕਿਹਾ ਜਾਂਦਾ। ਸੰਸਾਰ ਵਿੱਚ ਲੋਕੀ ਕਹਿੰਦੇ ਐਵੇਂ ਮੂਰਖ ਹੈ। ਪਿਸਨ ਵੱਡੇ ਆਦਰ ਕੋ ਪਾਵੇ ਹੈ, ਤੇ ਜਿਹੜੇ ਮਹਾਰਾਜ ਪਿਸਨ ਨੇ, ਪਿਸਨ ਕਹਿੰਦੇ ਨੇ ਚੁਗਲਖੋਰ ਨੂੰ। ਜਿਹੜੇ ਮੇਰੇ ਰਾਜ ਵਿੱਚ ਤਾਂ ਇਹ ਹੈ, ਕਲਯੁਗ ਕਹਿੰਦਾ ਜਿਹੜੇ ਚੁਗਲਖੋਰ ਹੈ ਉਹ ਜਗਤ ਵਿੱਚ ਵੱਡਾ ਆਦਰ ਪਾਉਂਦੇ ਆ, ਮਾਣ ਪਾਉਂਦੇ ਨੇ। ਚੁਗਲ ਕਰ ਚੁਗਲ ਨੂੰ ਆਦਰ ਨਾਲ ਬਿਠਾਉਂਦੇ ਆ, ਤੂੰ ਸਾਡੇ ਕੋਲ ਬੈਠ, ਸੁਣਾ ਕੋਈ ਗੱਲਬਾਤ। ਕਈਆਂ ਨੂੰ ਖੁਰਾਕ ਹੀ ਇਹ ਹੁੰਦੀ ਹੈ ਨਾ ਵੀ ਉਹ ਚੁਗਲੀਆਂ ਸੁਣਾਂਗੇ, ਬਹਿ ਜਾ ਭਾਈ ਤੇਰੇ ਲਈ ਚਾਹ ਬਣਾਉਨੇ ਆ। ਜੇ ਕੋਈ ਚੁੱਪ ਕਰ ਜਾਂ ਸਿਆਣਾ ਆਦਮੀ ਚਲੇ ਜਾਵੇ ਉਹਨੂੰ ਨਹੀਂ ਪੁੱਛਣਾ, ਤੇ ਜੇ ਚੁਗਲੀਆਂ ਵਾਲੀ ਚਲੇ ਜਾਵੇ ਕੋਈ, ਜਾਂ ਪੁਰਸ਼ ਹੈ ਚਾਹੇ ਬੀਬੀ ਹੈ ਕੋਈ, ਉਹਨੂੰ ਬਾਂਹ ਫੜ ਫੜ ਕੇ ਬਿਠਾਉਣਾ। ਨਾ ਚਾਹ ਪੀਤੀ ਬਿਨਾਂ ਨਹੀਂ ਤੈਨੂੰ ਜਾਣ ਦੇਣਾ, ਵੀ ਪਤਾ ਹੈ ਹੁਣ ਦੋ ਚਾਰ ਸੁਣਾ ਕੇ ਜਾਊਗੀ। ਪਿਸਨ ਵੱਡੇ ਆਦਰ ਕੋ ਭਾਵੈ, ਜਿਹੜੇ ਚੁਗਲ ਨੇ ਨਾ, ਮਹਾਰਾਜ ਨੂੰ ਕਹਿਣ ਲੱਗਿਆ ਕਲਯੁਗ, ਮਹਾਰਾਜ ਚੁਗਲਖੋਰ ਜਿਹੜੇ ਚੁਗਲੀਆਂ ਕਰਨ ਵਾਲੇ, ਉਹ ਮੇਰੇ ਰਾਜ ਵਿੱਚ ਵੱਡਾ ਆਦਰ ਪਾਉਂਦੇ ਹਨ। ਬਹੁ ਬੋਲਤ ਸੇ ਗੁਣੀ ਕਹਾਵੈ ਹੈ, ਜਿਹੜੇ ਉਹੀ ਬੇਬਕਵਾਸ ਕਰੀ ਜਾਂਦੇ ਆ, ਥਾਂ ਥਾਂ ਬਹੁਤ ਜ਼ਿਆਦੇ ਕਿ ਬੋਲੀ ਜਾਣਾ, ਕਿਸੇ ਦੀ ਗੱਲ ਸੁਣਨੀ ਹੋਈ ਨਹੀਂ। ਉਹ ਸਗੋਂ ਜਗਤ ਵਿੱਚ ਵੱਡੇ ਗੁਣਵਾਨ ਕਹਾਉਂਦੇ ਹਨ। ਗੁਣੀਅਰ ਕੇਰ ਨਰਾਦਰ ਹੋ, ਤੇ ਜਿਹੜੇ ਗੁਣਵਾਨ ਪੁਰਸ਼ ਨੇ ਮਹਾਰਾਜ ਮੇਰੇ ਰਾਜ ਵਿੱਚ ਉਹਨਾਂ ਦਾ ਨਰਾਦਰ ਹੀ ਹੋਵੇਗਾ। ਭੂਪ ਨਿਕਟ ਬੈਠੇ 60 ਜੋ, ਰਾਜੇ ਦੇ ਆਲੇ ਦੁਆਲੇ ਸਿਆਣੇ ਲੋਕ ਨਹੀਂ ਹੋਣਗੇ। ਮੇਰੇ ਰਾਜ ਵਿੱਚ ਮੂਰਖ ਲੋਕਾਂ ਦਾ ਟੋਲਾ ਰਾਜੇ ਦੇ ਆਲੇ ਦੁਆਲੇ ਹੋਊ, ਉਦੋਂ ਫਿਰ ਉਹੇ ਜਿਹੇ ਪੁੱਠੇ ਕੰਮ ਕਰਾਉਣੇ ਆ। ਇਸੇ ਤਰ੍ਹਾਂ ਹੀ ਹੁਣ ਵੀ ਤੁਸੀਂ ਦੇਖੋ, ਜਿਹੜਾ ਕੋਈ ਰਾਜ ਭਾਗ ਦੀ ਗੱਦੀ ਤੇ ਬਹਿੰਦਾ ਨਾ, ਉਹਦੇ ਆਲੇ ਦੁਆਲੇ ਉਹੇ ਜਿਹੇ ਇਕੱਠੇ ਹੋ ਜਾਂਦੇ ਆ ਜਿਹੜੇ ਉਹ ਤੋਂ ਗਲਤ ਕੰਮ ਕਰਵਾਉਂਦੇ ਆ, ਪ੍ਰੇਰ ਕੇ। ਇਹ ਕਹਿੰਦੇ ਜਿਹੜਾ ਭੂਪ ਹੋਵੇਗਾ ਕਲਯੁਗ ਕਹਿੰਦਾ, ਉਹਦੇ ਰਾਜੇ ਦੇ ਦੁਆਲੇ ਮੂਰਖ ਲੋਕਾਂ ਦਾ ਇਕੱਠ ਹੋਊ, ਉਹ ਨੇੜੇ ਹੋ ਕੇ ਬੈਠਣਗੇ, ਤੇ ਰਾਜਾ ਵੀ ਇਹੋ ਜਿਹਾ ਹੋਊ, ਮੂਰਖਾਂ ਨੂੰ ਨੇੜੇ ਨੂੰ ਬਿਠਾਊਗਾ, ਸਿਆਣੇ ਪੁਰਸ਼ਾਂ ਦੇ ਉਲਟ ਜਾਵੇਗਾ। ਦੋਹਰਾ ਕਲ ਮਲ ਆਲੈ ਹੋਏ ਨਰ, ਕਿਰਪਨ ਨ ਕਰਹੀ ਦਾਨ। ਫੇਰ ਕਹਿਣ ਲੱਗਿਆ ਮਹਾਰਾਜ ਜੀ, ਕਾਲਮਲ ਆਲਹਿ ਹੋਏ ਨਰ, ਹਰੇਕ ਘਰ ਵਿੱਚ ਜਿਹੜੇ ਲੋਕ ਨੇ ਪਾਪਾਂ ਨਾਲ ਹੋ ਜਾਣਗੇ, ਪਾਪ ਵਿੱਚ ਮਲੀਨ ਹੋ ਜਾਣਗੇ। ਕਾਲਮਲ ਭਾਵ ਕਲਯੁਗ ਕਹਿਣ ਲੱਗਿਆ ਵੀ ਪਾਪਾਂ ਦੇ ਵਿੱਚ ਆਲਹਿ ਘਰ ਨੂੰ ਕਹਿੰਦੇ ਨੇ, ਪਾਪਾਂ ਦਾ ਹੀ ਘਰ ਹੋ ਜਾਣਗੇ ਲੋਕ।
कृपन न करही दान। ਤੇ ਜਿਹੜਾ ਕੰਜੂਸ ਹੋਣਗੇ, ਦਾਨ ਨਹੀਂ ਕਰਨਗੇ, ਸਗੋਂ 20 ਹੁਜਤਾਂ ਉਹ ਲੱਭ ਲੈਂਦੇ ਆ। ਜਦੋਂ ਕੋਈ ਸ਼ੁਭ ਪਾਸੇ ਮਾਇਆ ਦੇਣੀ ਹੋਵੇ ਤੇ ਮਾੜੇ ਪਾਸੇ ਉਦੋਂ ਚੁੱਪ ਕਰਕੇ ਸ਼ੁਰੂ ਕਰ ਦੇਣਾ ਕੰਮ। ਇਸ ਤਰ੍ਹਾਂ ਕਿਰਪਨ ਨਾ ਕਰਹੀ ਦਾਨ, ਉਹ ਦਾਨ ਨਹੀਂ ਕਰਨਗੇ। ਧਰਮ ਹਤੇ ਵਿਪਰੀਤ ਹੋਇ ਪਾਵੈ ਕਸ਼ਟ ਮਹਾਨ। ਤੇ ਧਰਮ ਦੇ ਉਲਟ ਹੋ ਜਾਣਗੇ ਮਹਾਰਾਜ। ਧਰਮ ਹਤੇ ਵਿਪਰੀਤ ਹੈ, ਧਰਮ ਦੇ ਉਲਟ ਹੋ ਕੇ ਨਾ ਇਸ ਤਰ੍ਹਾਂ ਜਿਹੜੇ ਲੋਕ ਨੇ ਉਹ ਫਿਰ ਬਹੁਤ ਦੁੱਖ ਪਾਉਣਗੇ, ਬਹੁਤ ਕਸ਼ਟ ਪਾਉਣਗੇ। ਚੌਪਈ ਦਿਜ ਵਿਵਹਾਰੀ ਬਹੁਰ ਕਿਰਸਾਨ। ਤੇ ਜਿਹੜਾ ਭਾਵ ਜਿਹਦਾ ਕੋਈ ਕਰਮ ਹੈ ਆਪੋ ਆਪਣਾ ਕਰਮ ਛੱਡ ਦੂ। ਕਲਯੁਗ ਦੇ ਵਿੱਚ ਦਿਜ ਨਾਮ ਹੈ ਬ੍ਰਾਹਮਣ ਦਾ। ਕਹਿਣ ਲੱਗਿਆ ਮਹਾਰਾਜ ਜਿਹੜਾ ਬ੍ਰਾਹਮਣ ਹੈ ਨਾ ਉਹ ਵਿਵਹਾਰੀ ਹੋ ਜੂ, ਭਾਵ ਕੰਮਾਂ ਕਾਰਾਂ ਵਿੱਚ ਲੱਗੂ, ਧੰਦਾਕਾਰੀ ਹੋ ਜੂ, ਧੰਦਾ। ਤੇ ਜਿਹੜਾ ਬ੍ਰਾਹਮਣ ਦਾ ਕਰਮ ਇਹ ਸੀ ਲੋਕਾਂ ਨੂੰ ਧਰਮ ਦਾ ਉਪਦੇਸ਼ ਦੇਣਾ ਔਰ ਬ੍ਰਹਮ ਦੀ ਵਿਚਾਰ ਕਰਨੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਪਦੇਸ਼ ਹੈ, ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜੋ ਬ੍ਰਹਮ ਨੂੰ ਬਿੰਦਦਾ ਹੈ ਉਹੀ ਭਾਈ ਬ੍ਰਾਹਮਣ ਹੈ। ਜਿਹੜਾ ਬ੍ਰਹਮ ਦੀ ਵਿਚਾਰ ਕਰੇ, ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਉਹ ਬ੍ਰਹਮ ਦੀ ਵਿਚਾਰ ਨੂੰ, ਬ੍ਰਹਮ ਨੂੰ ਬਿੰਦਣਾ ਛੱਡ ਦੇਣਗੇ। ਵਿਦਿਆ ਪੜ੍ਹਨੀ ਪੜ੍ਹਾਉਣੀ ਤੇ ਸ਼ੁਭ ਜਿਹੜਾ ਹੈ ਦਾਨ ਲੈ ਕਰਕੇ ਸ਼ੁਭ ਕਾਰਜਾਂ ਤੇ ਲਾਉਣਾ ਔਰ ਭਲੇ ਦੇ ਕਾਰਜਾਂ ਤੇ ਦਾਨ ਲੈਣਾ ਤੇ ਦੇਣਾ, ਇਹੀ ਭਾਵ ਹੁੰਦਾ ਹੈ। ਸ਼ੁਭ ਕਰਮ ਕਰਨੇ, ਜਿਹੜੇ ਧਰਮ ਕਾਰਜ ਕਰਾਉਣੇ, ਇਹ ਹੁੰਦਾ ਹੈ ਬ੍ਰਾਹਮਣ। ਭਾਵ ਇਹੀ ਕਿ ਜਿਹੜਾ ਬ੍ਰਾਹਮਣ ਹੈ ਉਹ ਵਿਵਹਾਰੀ ਬਣ ਜਾਊਗਾ, ਉਹ ਸਗੋਂ ਕਾਰੋਬਾਰ ਬਣ ਜਾਣਗੇ। ਹੁਣ ਬਹੁਤ ਨੇ ਆਪਣੇ ਦੇਸ਼ ਵਿੱਚ ਹੀ, ਕਈਆਂ ਦੇ ਜਾਤੀ ਤੌਰ ਤੇ ਉਹ ਬ੍ਰਾਹਮਣ ਹੈ ਤੇ ਵੱਡੇ ਵੱਡੇ ਉਹਨਾਂ ਦੇ ਗੁਰਮੁਖੋਂ ਬੁੱਚੜਖਾਨੇ ਆ, ਜਿਨ੍ਹਾਂ ਦੇ ਮੁਖੀ ਜਿਹੜੇ ਨੇ ਨਾ, ਜਿਨ੍ਹਾਂ ਦੇ ਮਾਲਕ ਬ੍ਰਾਹਮਣ ਨੇ। ਭਾਵ ਜਮਾ ਹੀ ਉਲਟ ਹੋ ਗਿਆ ਨਾ। ਜਿਹੜਾ ਕਦੇ ਹਿੰਸਾ ਪਰਮੋ ਧਰਮ ਕਹਿੰਦਾ ਸੀ ਅੱਜ ਉਹ ਬੁੱਚੜਖਾਨਿਆਂ ਦਾ ਮਾਲਕ ਬਣਿਆ ਬੈਠਾ ਹੈ। ਦਿਜ ਵਿਵਹਾਰੀ ਬਹੁਰ ਕਿਰਸਾਨ। ਤੇ ਫਿਰ ਹੋਰ ਜਿਹੜੇ ਕਿਰਸਾਨ ਹਨ, ਤਿੰਨ ਕੋ ਆਦਰ ਹੋਏ ਮਹਾਨ। ਇਉਂ ਕਹਿੰਦੇ ਬਹੁਤੇ ਕੋਈ ਕਿਰਸਾਨੀ ਚ ਲੱਗ ਗਿਆ ਬ੍ਰਾਹਮਣ। ਕਿਰਸਾਨ ਦਾ ਕੰਮ ਤੇ ਉਹ ਨਹੀਂ ਕਰਨਾ, ਲੇਕਿਨ ਬ੍ਰਾਹਮਣ ਇੱਧਰ ਹੋ ਗਿਆ। ਤਿੰਨ ਕੋ ਆਦਰ ਹੋਏ ਮਹਾਨ, ਉਹਨਾਂ ਦਾ ਜਿਹੜਾ ਆਦਰ ਹੈ ਵਿਵਹਾਰੀ ਦਾ ਤੇ ਉਹ ਬਹੁਤ ਜ਼ਿਆਦੇ ਹੋ ਜਾਏਗਾ। ਕਲਯੁਗ ਕਹਿੰਦਾ ਮੇਰੇ ਇਸ ਤਰ੍ਹਾਂ ਦਾ ਆਪਣੇ ਆਪ ਨੂੰ ਮਾਣ ਕਰਨ ਲੱਗ ਜਾਣਗੇ। ਜਿਵੇਂ ਹੁਣ ਇੱਕ ਸ਼ਬਦ ਜੁੜਿਆ, ਠੀਕ ਹੈ, ਕਿਰਸਾਨ ਜਿਹੜਾ ਸੱਚੀ ਸੁੱਚੀ ਕਿਰਤ ਕਰਦਾ, ਆਪਾਂ ਕਿਰਸਾਨ ਹੀ ਆ ਸਾਰੇ, ਉਹ ਵੀ ਪਰਿਵਾਰਾਂ ਨਾਲ। ਪਰ ਇੱਕ ਆ ਸ਼ਬਦ ਬੜਾ ਘੜ ਲਿਆ ਹੁਣ, ਅੰਨਦਾਤਾ। ਇਹ ਕਿੰਨਾ ਅੰਨਦਾਤਾ ਤਾਂ ਪਰਮੇਸ਼ਰ ਹੈ। ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜਿਉ ਪਰਿਆ। ਜਿਹੜਾ ਗੁਰਮੁਖੋ ਸੈਲ ਪੱਥਰ ਵਿੱਚ ਵੀ ਰੋਜੀ ਦਿੰਦਾ, ਕਿਰਸਾਨ ਨੂੰ ਵੀ ਤੇ ਅੰਨ ਪਰਮੇਸ਼ਰ ਹੀ ਦਿੰਦਾ ਹੈ ਨਾ। ਇਸ ਕਰਕੇ ਕਦੇ ਵੀ ਇਹ ਜਿਹੜਾ ਸ਼ਬਦ ਚੱਲਿਆ ਨਾ ਇਕੱਠਾਂ ਵਿੱਚ, ਆ ਮੀਟਿੰਗਾਂ ਦੇ ਵਿੱਚ, ਇਹਦੇ ਤੇ ਵੀ ਵਿਚਾਰ ਵੀ ਨਹੀਂ। ਆਪਾਂ ਕੋਈ ਅੰਨ ਦਾ ਤੇ ਅੰਨਦਾਤਾ ਭਗਵਾਨ ਹੈ, ਅਕਾਲ ਪੁਰਖ। ਆਪਾਂ ਤਾਂ ਉਹਦੀ ਦਿੱਤੀ ਹੋਈ ਕਿਰਤ ਕਰਦੇ ਆਂ। ਅਰਦਾਸ ਕਰਨੀ ਚਾਹੀਦੀ ਹੈ, ਸੱਚੇ ਪਾਤਸ਼ਾਹ ਜੀ ਤੂੰ ਸਾਨੂੰ ਕਿਰਤ ਬਖਸ਼ੀ ਹੈ, ਇਹਦੇ ਵਿੱਚ ਸਫਲਤਾ ਵੀ ਤੂੰ ਹੀ ਬਖਸ਼ਣੀ ਹੈ। ਜੇ ਹੁਣ ਉਹ ਭਾਈ ਫਾਲੀ ਨਾ ਲਾਵੇ ਫਿਰ ਅੰਨਦਾਤਾ ਕਿੱਥੋਂ ਹੋ ਜਾਊਗਾ? ਅੰਨ ਨਹੀਂ ਆਉਣਾ ਤੇ ਦਾਤਾ ਕਾਹਦਾ ਹੋਊਗਾ? ਇਸ ਕਰਕੇ ਇਹ ਇਹੋ ਜਿਹੇ ਸ਼ਬਦ ਨਹੀਂ ਐਵੇਂ ਆਪਣੇ ਨਾਲ ਜੋੜਨੇ ਚਾਹੀਦੇ। ਕਲਯੁਗ ਕਹਿਣ ਲੱਗਿਆ ਕਿ ਜਿਹੜੇ ਇਸ ਤਰ੍ਹਾਂ ਆਪਣੇ ਵਿਪਰੀਤੀ ਹੋ ਜਾਣਗੇ ਕਾਰੋਬਾਰਾਂ ਤੋਂ, ਉਹਨਾਂ ਦਾ ਆਦਰ ਹੋਵੇਗਾ। ਵੇਦ ਪਾਠ ਕੀ ਤਤ ਵਿਚਾਰੀ। ਤੇ ਜਿਹੜੀ ਵੇਦ ਪਾਠ ਹੈ, ਧਰਮ ਗ੍ਰੰਥਾਂ ਦਾ ਪਾਠ ਇਤਿਆਦਿਕ ਹੈ, ਤਤ ਵਿਚਾਰੀ, ਉਹਨਾਂ ਦੇ ਸਿਧਾਂਤ ਦੀ ਜੋ ਵਿਚਾਰ ਹੈ। ਤਿਨੈ ਕਹੈ ਇਹੋ ਫਿਰਤ ਖੁਆਰੀ। ਜਿਹੜੇ ਕੋਈ ਵੇਦ ਪਾਠ ਜਾਂ ਧਰਮ ਗ੍ਰੰਥਾਂ ਦਾ ਪਾਠ ਕਰਨ ਵਾਲੇ, ਕੋਈ ਤਤ ਵਿਚਾਰ ਸਿਧਾਂਤਿਕ ਵਿਚਾਰ ਕਰਨ ਵਾਲੇ ਹੋਣਗੇ, ਤਿਨੈ ਕਹੈ ਇਹੋ ਫਿਰਤ ਖੁਆਰੀ। ਉਹਨਾਂ ਨੂੰ ਤਾਂ ਇਹ ਲੋਕ ਕਹਿਣਗੇ ਐਵੇਂ ਤੁਰੇ ਫਿਰਦੇ ਆ, ਐਵੇਂ ਖੁਆਰ ਹੋਏ ਤੁਰੇ ਫਿਰਦੇ ਹਨ। ਭੂਪ ਕਹੈ ਹਮ ਕੋ ਨਿਤ ਟੋਟੂ। ਤੇ ਜਿਹੜਾ ਰਾਜਾ ਹੈ ਉਹ ਕਹੂ ਸਾਨੂੰ ਤਾਂ ਭਾਈ ਹੁਣ ਰੋਜ਼ ਘਾਟਾ ਹੀ ਪੈਂਦਾ ਹੈ,
ਆ ਦੇਖ ਲਓ ਹੁਣ ਜਿਹੜੀ ਸਰਕਾਰ ਬਣਦੀ ਹੈ ਉਹ ਕਹਿੰਦੀ ਖਜ਼ਾਨਾ ਖਾਲੀ ਹੈ। ਇਹ ਲੁੱਟ ਤੁਸੀਂ ਖਾ ਗਏ ਸਾਰਾ ਦੇਸ਼ ਤੇ ਲੋਕ ਤੁਸੀਂ ਖਾਲੀ ਕਰਤੇ, ਹਜੇ ਵੀ ਤੁਹਾਡਾ ਖਜ਼ਾਨਾ ਖਾਲੀ, ਉਹ ਕਿੱਦਾਂ ਹੀ ਭਰੇਗਾ? ਲੋਕਾਂ ਦਾ ਤਾਂ ਤੁਸੀਂ ਜੇਬ 'ਚ ਛੱਡਿਆ ਕੁਛ ਨਹੀਂ ਹੈ। ਕਿਵੇਂ ਨਾ ਕਿਵੇਂ ਨਵੇਂ ਤੋਂ ਨਵਾਂ ਢੰਗ ਤਰੀਕਾ ਤੁਰੇ ਹੀ ਲੱਭੀ ਜਾਣਾ ਹੈ। ਤੇ ਇਹ ਹਾਲ ਹੋ ਗਿਆ। ਭੂਪ ਕਹੈ ਹਮਕੋ ਨਿਤ ਟੋਟੂ, ਸਾਨੂੰ ਤਾਂ ਰੋਜ਼ ਹੀ ਘਾਟਾ ਹੈ। ਪਰਜਾ ਕਹੈ ਹਮ ਲੇਤ ਖਸੋਟੂ, ਤੇ ਪਰਜਾ ਹੈ ਜਿਹੜੀ ਉਹ ਇਹ ਕਹੂ ਵੀ ਅਸੀਂ ਤਾਂ ਲੁੱਟ ਹੀ ਲਈਏ, ਜਿਹੜਾ ਕੋਈ ਮਿਲ ਜੇ ਅਸੀਂ ਉਹਨੂੰ ਲੁੱਟ ਲਈਏ। ਖਸੋਟੂ ਬਣ ਗਏ। ਖਸੋਟ ਨਾਮ ਹੈ ਲੁੱਟਣ ਦਾ, ਧੱਕੇ ਨਾਲ ਹੀ ਜਿਹੜਾ ਹੈ ਕਿਉਂ ਲੋਟੂ ਟੋਲਾ ਬਣ ਜੂ। ਜਾਂ ਪਰਜਾ ਇਹ ਕਹੂ ਸਾਨੂੰ ਲੁੱਟ ਰਹੇ ਹਨ। ਵੇਖ ਫਕੀਰ ਸੋ ਸੰਚਹਿ ਧਨ ਕੋ, ਫਕੀਰਾਂ ਦਾ ਭੇਖ ਧਾਰਨ ਵਾਲੇ ਲੋਕ ਧਨ ਇਕੱਠਾ ਕਰਨਗੇ। ਕਲਯੁਗ ਕਹਿੰਦਾ ਮੇਰੇ ਰਾਜ ਵਿੱਚ ਸੰਤ ਬਾਣੇ ਪਾ ਕੇ ਰੌਲੇ ਧਨ ਦੇ ਹੋਣਗੇ। ਧਨ ਇਕੱਠਾ ਜਾਇਦਾਦਾਂ, ਹੁਣ ਦੇਖਿਆ ਨਹੀਂ ਕਈ ਸੰਤਾਂ ਦਾ ਕੰਮ ਹੀ ਇਹ ਹੈ, ਆਪਦੇ ਨਾਲ ਲੱਗਦੀ ਜ਼ਿਆਦਾ ਕਿਸੇ ਨੂੰ ਜਾਇਦਾਦ ਲੈਣ ਦੇ ਦੇਣਾ, ਕਿਉਂਕਿ ਉਹੀ ਕਮਾਈ ਆਈ ਹੁੰਦੀ ਹੈ, ਚੱਕੀ ਜਾਂਦੇ ਆ। ਤੁਸੀਂ ਰੇਟ ਲਾ ਲਿਆ, ਕਈਆਂ ਦਾ ਸੁਣੀਦਾ, ਉਦੋਂ ਹੀ ਪਤਾ ਲੱਗਣਾ। ਉੱਤੋਂ ਦੀਆਂ ਨੇ ਕਹਿਣਾ ਵੀ ਦੱਸ ਦੋ ਕਿੰਨੇ ਚਾਹੀਦੇ ਆ, ਤੇ ਉਹ ਇਕੱਠੀ ਕਰੀ ਜਾਂਦੇ ਆ। ਆਹੋ ਹੁਣ ਕੋਈ ਬਾਬਾ 1000 ਕਿੱਲੇ ਦਾ ਮਾਲਕ ਹੈ, ਕੋਈ 2000 ਕਿੱਲੇ ਦਾ ਮਾਲਕ ਹੈ, ਵੀ ਠੀਕ ਹੈ ਚਲੋ ਸਥਾਨਾਂ ਲਈ ਜਿਹੜੀ ਜਾਇਦਾਦ ਆ ਉਹ ਕਿਰਤ ਵਿਰਤ ਉਨੀ ਕੁ, ਹੋਰ ਵੀ ਨਾਲ ਕੰਮ ਕਰ ਲੋ ਭਲੇ ਦੇ। ਇਹੀ ਕੁਛ ਕਰਨਾ ਤੇ ਸਾਰੀ ਨੌ ਆਪਦੇ ਜਾਂ ਆਪਦੇ ਜਵਾਕਾਂ ਦੇ ਲਵਾਉਣੀ ਹੈ। ਵੇਖ ਫਕੀਰ ਸੋ ਸੰਚਹਿ ਧਨ ਕੋ, ਫਕੀਰਾਂ ਵਾਲਾ ਭੇਸ਼ ਹੋਊ ਤੇ ਧਨ ਇਕੱਠਾ ਕਰਨਗੇ। ਆਸਨ ਸੋ ਬਸਨ ਅਲਪ ਗ੍ਰਸਥਨ ਕੋ, ਜਿਹੜਾ ਗ੍ਰਸਤੀ ਹੋਊਗਾ ਆਸਨ ਸੋ ਬਸਨ, ਉਹਨੂੰ ਬਸਤਰ ਤੇ ਜਿਹੜਾ ਭੋਜਨ ਤੇ ਬਸਤਰ ਹੈ। ਆਸਨ ਨਾਮ ਭੋਜਨ ਦਾ, ਬਸਨ ਬਸਤਰਾਂ ਦਾ ਹੈ। ਜਿਹੜਾ ਕੋਈ ਗ੍ਰਸਤੀ ਬੰਦਾ ਹੋਊ ਉਹਨੂੰ ਭੋਜਨ ਔਰ ਬਸਤਰ ਜਿਹੜੇ ਨੇ ਅਲਪ ਗ੍ਰਸਥਨ ਕੋ, ਗ੍ਰਸਤੀਆਂ ਨੂੰ ਤਾਂ ਥੋੜੇ ਹੀ ਮਿਲਣਗੇ। ਔਰ ਗਗਨ ਕਰ ਕਹਾਂ ਸੁਨਾਊ, ਹੋਰ ਮੈਂ ਗਗਨ ਕਰ ਜਾਂ ਰਵਨ ਕਰ, ਹੋਰ ਮੈਂ ਕੀ ਮਹਾਰਾਜ ਕਹਿ ਕੇ ਸੁਣਾਵਾਂ। ਮੋਰ ਸਮੇਂ ਕੋ ਜੌਨ ਪ੍ਰਭਾਉ, ਮੇਰੇ ਸਮੇਂ ਦੇ ਵਿੱਚ ਜਿਹੜਾ ਕੋਈ ਇਸ ਤਰ੍ਹਾਂ ਦਾ ਜਿਹਦੇ ਤੇ ਪ੍ਰਭਾਵ ਪਵੇਗਾ। ਜਤ ਸਤ ਤਪ ਬ੍ਰਤ ਧਰਮ ਉਪਾਸਨ, ਜਾਤ ਸਤ ਤਪ ਬ੍ਰਤ ਧਰਮ ਉਪਾਸਨਾ, ਸਭ ਇੱਕ ਬਾਰ ਹੋਏ ਬਿਨਾਸਨ। ਮਹਾਰਾਜ ਸਾਰੇ ਇੱਕ ਵਾਰੀ ਬਿਨਾਸ਼ ਹੋ ਜਾਣਗੇ, ਲੋਕ ਸਭ ਕੁਝ ਛੱਡ ਦੇਣਗੇ। ਮੈਂ ਰਾਵਰ ਕੇ ਨਿਤ ਅਨੁਸਾਰੀ, ਮਹਾਰਾਜ ਜੀ ਕਿਰਪਾ ਕਰੋ, ਮੈਂ ਤੇ ਦੱਸ ਦਿੱਤਣ, ਮੈਂ ਤਾਂ ਤੁਹਾਡੇ ਮੈਂ ਹਮੇਸ਼ਾ ਹੁਕਮ ਵਿੱਚ ਰਹਾਂਗਾ। ਜਸ ਆਗਿਆ ਕਰ ਤਸ ਕਰੋ ਸੰਭਾਰੀ, ਜਿਹੋ ਜੀ ਤੁਹਾਡੀ ਆਗਿਆ ਮੈਂ ਉਸੇ ਤਰ੍ਹਾਂ ਮਹਾਰਾਜ ਸੰਭਾਲਾਂਗਾ, ਭਾਵ ਮੰਨਾਂਗਾ। ਕਹਿ ਪ੍ਰਭ ਗੁਰ ਭੇਟਾ ਕਿਆ ਦੇਵਹੁ, ਮਹਾਰਾਜ ਕਹਿੰਦੇ ਫਿਰ ਤੈਨੂੰ ਸਿੱਖ ਬਣਾ ਲੈਨੇ ਆ, ਉਪਦੇਸ਼ ਦਿੰਦੇ ਆ, ਭੇਟਾ ਕੀ ਦੇਵੇਂਗਾ? ਕਿਉਂਕਿ ਸਿੱਖ ਲਈ ਭੇਟਾ ਵੀ ਦੇਣੀ ਜ਼ਰੂਰੀ ਹੈ। ਕਲਯੁਗ ਕਹਿ ਪ੍ਰਭੂ ਜੋ ਲੇਵਹੁ, ਕਲਯੁਗ ਕਹਿੰਦਾ ਹੈ ਪਰਮੇਸ਼ਰ ਸਤਿਗੁਰੂ ਜੋ ਤੁਸੀਂ ਦੱਸੋ ਕਹੋ ਹੁਕਮ ਕਰੋ। ਸ੍ਰੀ ਗੁਰ ਕਹੈ ਜੇ ਸਿੱਖ ਹਿਤਕਾਰੀ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਲਯੁਗ ਫਿਰ ਇਹ ਭੇਟਾ ਇੱਥੇ ਰੱਖ ਕਿ ਜਿਹੜੇ ਮੇਰੇ ਸਿੱਖ ਪ੍ਰੇਮ ਭਾਵਨਾ ਵਾਲੇ, ਬਾਣੀ ਪਠਹਿ ਪ੍ਰੀਤ ਔਰ ਧਾਰੀ, ਹਿਰਦੇ ਵਿੱਚ ਪ੍ਰੇਮ ਪ੍ਰੀਤੀ ਧਾਰ ਕੇ ਬਾਣੀ ਪੜਨਗੇ। ਨਾਮ ਦਾਨ ਇਸ਼ਨਾਨ ਜੇ ਸਭ ਹੀ, ਔਰ ਨਾਮ ਦਾਨ ਇਸ਼ਨਾਨ ਇਹ ਤ੍ਰੈ ਕਰਮ ਸ਼ੁਭ ਨੇ। ਨਾਮ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣਨਾ, ਉਹਦਾ ਨਾਮ ਜਪਣਾ, ਦਾਨ ਜਿਹੜਾ ਹੈ ਭਾਵ ਤਿਆਗ ਬਿਰਤੀ, ਪਕੜ ਤੋਂ ਉੱਪਰ ਉੱਠਣਾ, ਇਸ਼ਨਾਨ ਪਵਿੱਤਰਤਾ, ਇਹ ਜੋ ਸਾਰੇ ਹਨ। ਇਨ ਤੇ ਨਾਹੇ ਭੁਲਾਵਹੁ ਕਬਹੀ, ਤੂੰ ਫਿਰ ਇਹ ਭੇਟਾ ਰੱਖ ਕਲਯੁਗ ਕਿ ਮੇਰੇ ਸਿੱਖਾਂ ਨੂੰ ਇਹਨਾਂ ਨਾਮਦਾਨ ਇਸ਼ਨਾਨ ਵੱਲੋਂ, ਬਾਣੀ ਪੜ੍ਹਦਿਆਂ ਪ੍ਰੀਤ ਧਾਰਨ ਵਾਲਿਆਂ ਨੂੰ ਇਹ ਤ੍ਰੈ ਕਰਮਾਂ ਤੋਂ ਕਦੇ ਵੀ ਭੁਲਾਵੇਂਗਾ ਨਹੀਂ। ਤਉ ਛਾਇਆ ਨਹਿ ਵਰਤੈ ਤਿਨ ਕੋ,
ਮੇਰੇ ਜਿਹੜੇ ਐਸੇ ਪ੍ਰੇਮ ਵਾਲੇ ਗੁਰਸਿੱਖ ਨੇ, ਇਹ ਕਲਯੁਗ ਤੇਰੀ ਜਿਹੜੀ ਛਾਇਆ ਵੀ ਹੈ ਨਾ, ਉਹ ਵੀ ਨਹੀਂ ਉਹਨਾਂ ਤੇ ਵਰਤੇ, ਉਹ ਵੀ ਉਹਨਾਂ ਤੇ ਨਹੀਂ ਪੈਣੀ ਚਾਹੀਦੀ, ਵਰਤੇਗੀ ਨਹੀਂ। ਮਹਾਰਾਜ ਨੇ ਇਹ ਹੁਕਮ ਕਰ ਦਿੱਤਾ ਹੈ। ਹੁਣ ਇਹ ਕਲਯੁਗ ਤੋਂ ਕੁਝ ਮੰਗ ਨਹੀਂ ਰਹੇ ਮਹਾਰਾਜ, ਉਹਨੂੰ ਗੁਰਮੁਖੋਂ ਨੇ ਕਿਹਾ ਹੁਕਮ ਕਰੋ। ਮਹਾਰਾਜ ਇਹ ਹੁਕਮ ਕਰ ਰਹੇ ਹਨ। ਮੋਰ ਬਚਨ ਮਹਿ ਨਿਸ਼ਚਾ ਜਿਨ ਕੋ, ਜਿਨ੍ਹਾਂ ਨੂੰ ਮੇਰੇ ਬਚਨਾਂ ਤੇ ਭਰੋਸਾ ਹੈ, ਉਹਨਾਂ ਦੇ ਉੱਤੇ ਤੇਰਾ ਕੋਈ ਛਾਇਆ ਤੱਕ ਵੀ ਪ੍ਰਭਾਵ ਨਹੀਂ ਪਵੇਗਾ। ਭੇਟ ਦੇਹੋ ਤੋ ਇਹੋ ਬਚ ਦੀਜੈ, ਇਹ ਇੱਥੇ ਬਚਨ ਰੂਪੀ ਭੇਟਾ ਰੱਖ ਕਲਯੁਗ, ਇਹ ਬਚਨ ਕਰ। ਜਿਵੇਂ ਸਤਿਗੁਰਾਂ ਨੇ ਵੀ ਆਪਾਂ ਤੋਂ ਬਚਨ ਕਰਾਏ ਆ ਨਾ ਕਿ ਮੇਰਾ ਗੁਰਸਿੱਖ ਬਚਨ ਕਰੇ, ਜਿਹਨੇ ਗੁਰਸਿੱਖ ਬਣਨਾ ਉਹ ਇਸ ਤਰ੍ਹਾਂ ਦਾ ਖਾਲਸਾ ਕਿਹੋ ਜਿਹਾ ਹੋਵੇ, ਸਿੱਖ ਕਿਹੋ ਜਿਹਾ ਹੋਵੇ, ਬਚਨ ਹੀ ਹੈ। ਆਪਾਂ ਨੂੰ ਮਹਾਰਾਜ ਕੋਲ ਆਉਣਾ, ਬਾਣੀ ਪੜ੍ਹਨੀ, ਨਮਸਕਾਰ ਕਰਨੀ, ਸਾਸੰਗ ਕਰਨੀ, ਇਹ ਬਚਨ ਕਰਕੇ ਹੈ। ਜਗਤ ਤੇ ਵੀ ਆਪਾਂ ਬਚਨ ਕਰਕੇ ਆਏ ਆ ਵਾਹਿਗੁਰੂ ਪਰਮੇਸ਼ਰ ਨਾਲ। ਜਦੋਂ ਪੁੱਠੇ ਲੜਕਦੇ ਮਾਤਾ ਦੇ ਉਦਰ ਵਿੱਚ ਅਕਾਲ ਪੁਰਖ ਅੱਗੇ ਬੇਨਤੀਆਂ ਕਰਦਾ ਕਿ ਮਾਲਕ ਮੈਨੂੰ ਤੂੰ ਸੰਸਾਰ ਦੇ ਉੱਤੇ ਭੇਜ, ਮੈਂ ਤੇਰੇ ਨਾਲ ਜੁੜ ਕੇ ਰਹੂੰ, ਤੇਰੇ ਭਾਵਨਾ ਵਿੱਚ ਤੇਰਾ ਨਾਮ ਜਪਾਂਗਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਬਚਨ ਰੂਪੀ ਇਹ ਭੇਟਾ ਜਿਹੜੀ ਹੈ ਇਹ ਮੈਨੂੰ ਦੇ। ਮਮ ਸੰਗਤ ਕੋ ਦੁਖੀ ਨ ਕੀਜੈ, ਤੇ ਮੇਰੀ ਸੰਗਤ ਨੂੰ ਕਦੇ ਦੁਖੀ ਨਹੀਂ ਕਰਨਾ ਹੈ। ਕਲਯੁਗ ਪ੍ਰਾਹਿਓ ਦੁਇ ਕਰ ਜੋਰੇ, ਕਲਯੁਗ ਨੇ ਫਿਰ ਪ੍ਰਾਹਿਓ, ਪ੍ਰਾਹਿਓ ਦਾ ਮਤਲਬ ਕਹਿਣਾ, ਇਉਂ ਦੋਵੇਂ ਹੱਥ ਜੋੜ ਕੇ ਕਿਹਾ ਹੈ ਕਹੋ ਪ੍ਰਭੂ ਤਬ ਚਰਨ ਨਿਹੋਰੇ। ਹੇ ਪਰਮੇਸ਼ਰ ਵਾਹਿਗੁਰੂ ਜੀ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀਓ, ਮੈਂ ਤੁਹਾਡੇ ਚਰਨਾਂ ਨੂੰ ਦੇਖਦਾ ਹਾਂ, ਇਉਂ ਮਨ ਦੇ ਵਿੱਚ ਭਾਵਨਾ ਲੈ ਕੇ ਕਹੋ ਪ੍ਰਭੂ ਤਬ ਚਰਨ, ਤੁਹਾਡੇ ਚਰਨਾਂ ਨੂੰ ਇਹ ਦੇਖ ਕਰਕੇ, ਦਰਸ਼ਨ ਕਰਕੇ ਮੈਂ ਇਹ ਗੱਲ ਤੁਹਾਡੇ ਨਾਲ ਕਹਿੰਦਾ ਹਾਂ। ਆਇਸ ਮੈਂ ਤੁਮਰੀ ਸਿਰ ਧਰਨੀ, ਤੁਹਾਡੀ ਮੈਂ ਆਗਿਆ ਸਿਰ ਮੱਥੇ ਧਰਨੀ ਹੈ, ਹੁਕਮ ਨੂੰ ਸਿਰ ਮੱਥੇ ਮੰਨਦਾ ਹਾਂ। ਆਸਨ ਹੈ ਸ਼ਕਤੀ ਮੋਰਨ ਕਰਨੀ, ਇਸ ਤਰ੍ਹਾਂ ਮਹਾਰਾਜ ਜਿਹੜੀ ਸ਼ਕਤੀ ਹੈ ਇਹ ਨਾ ਮੋੜਨੀ ਕਰਨੀ। ਆਸਨ ਹੈ ਐਸਾ ਕਿਰਪਾ ਕਰੋ ਮਹਾਰਾਜ ਜੀ, ਆਸਨ ਹੈ ਸ਼ਕਤੀ ਮੋਰਨ ਕਰਨੀ, ਵੀ ਮੇਰੀ ਜਿਹੜੀ ਸ਼ਕਤੀ ਹੈ ਉਹ, ਕਿਉਂਕਿ ਮਹਾਰਾਜ ਨੇ ਸਾਰਾ ਹੀ ਪ੍ਰਭਾਵ ਖਿੱਚ ਲਿਆ ਸੀ ਉਹਦਾ, ਇਹ ਕਿਰਪਾ ਕਰਕੇ ਵੀ ਮੇਰਾ ਤਾਂ ਫਿਰ ਕਿਸੇ ਨੇ ਡਰ ਹੀ ਨਹੀਂ ਮੰਨਣਾ। ਮਹਾਰਾਜ ਕਿਰਪਾ ਕਰੋ, ਇਹ ਨਾ ਹੁਣ ਤੁਸੀਂ ਮੇਰੇ ਅੰਦਰੋਂ ਮੋੜੋ, ਭਾਵ ਇੰਨਾ ਆਸਨ ਹੈ ਸ਼ਕਤੀ। ਜਾਂ ਦੂਜਾ ਇਹਦਾ ਅਰਥ ਹੈ ਵੀ ਮਹਾਰਾਜ ਮੇਰੇ ਵਿੱਚ ਕੋਈ ਸ਼ਕਤੀ ਨਹੀਂ ਹੈ ਮੈਂ ਤੁਹਾਡੇ ਬਚਨ ਨੂੰ ਮੋੜ ਸਕਾਂ। ਸੁਣ ਕਰ ਬਿਕਸੇ ਸ੍ਰੀ ਗੁਣ ਖਾਨੀ, ਸੁਣ ਕਰਕੇ ਗੁਣਾਂ ਦੀ ਖਾਣ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਖੁਸ਼ ਹੋਏ। ਦੈ ਉਪਦੇਸ਼ ਬੋਲੇ ਪੁਨ ਬਾਨੀ, ਉਪਦੇਸ਼ ਦਿੰਦਿਆਂ ਹੋਇਆ ਫਿਰ ਸਤਿਗੁਰੂ ਜੀ ਨੇ ਬਾਣੀ ਬੋਲੀ ਕਹੀ ਹੈ। ਸਭ ਜੁਗ ਤੇ ਵੱਡ ਤੇਜ ਤੁਮਾਰਾ, ਮਹਾਰਾਜ ਨੇ ਫਿਰ ਕਿਰਪਾ ਕੀਤੀ। ਦੇਖੋ ਕਹਿੰਦੇ ਇਹ ਕਲਯੁਗ, ਬਾਕੀ ਜਿਹੜੇ 3 ਯੁੱਗ ਨੇ ਉਹਨਾਂ ਨਾਲੋਂ ਤੇਰਾ ਪ੍ਰਤਾਪ ਬਹੁਤਾ ਹੋਵੇਗਾ। ਇਹ ਦੇਖੋ ਇਹਦੇ ਵਿੱਚ ਗੁਰਬਾਣੀ ਵਿੱਚ ਗੁਰਮੁਖੋ ਕਲਯੁਗ ਨੂੰ ਬਾਕੀਆਂ ਨਾਲੋਂ ਚੰਗਾ ਯੁੱਗ ਕਿਹਾ ਹੈ। ਜਦੋਂ ਆਪਾਂ ਬਾਣੀ ਪੜ੍ਹੀਏ ਨਾ, ਕਲਯੁਗ ਊਤਮੋ ਯੁੱਗਾ ਮਾਹੇ ਲਿਖਿਆ ਹੈ। ਸਤਯੁਗ ਦੁਆਪਰ ਤ੍ਰੇਤਾ ਭਣੀਐ, ਕਲਯੁਗ ਊਤਮੋ ਯੁੱਗਾ ਮਾਹੇ। ਉੱਤਮ ਕਿਉਂ ਹੈ? ਕਿਉਂਕਿ ਕਲਯੁਗ ਦੇ ਵਿੱਚ ਜਿਹੜਾ ਕੋਈ ਜਿਸ ਤਰ੍ਹਾਂ ਦੇ ਕਰਮ ਕਰਦਾ ਉਹਨੂੰ ਫਲ ਛੇਤੀ ਮਿਲਦਾ ਹੈ। ਇੱਕ ਜਿਹੜਾ ਕਰਦਾ ਹੈ ਉਹਨੂੰ ਹੀ ਭੁਗਤਣਾ ਪੈਂਦਾ ਹੈ। ਸਤਯੁਗ ਦੇ ਵਿੱਚ ਐਸਾ ਸੀ, ਜੇ ਕੋਈ ਪਾਪ ਕਰਦਾ ਸੀ ਇਲਾਕਾ ਸਾਰਾ ਜਿਹੜਾ ਸੀ ਉਹ ਦੁੱਖ ਭੋਗਦਾ ਸੀ। ਫਿਰ ਗੁਰਮੁਖੋ ਤ੍ਰੇਤਾ ਯੁੱਗ ਆਇਆ, ਉਦੋਂ ਜੇ ਕੋਈ ਇੱਕ ਪਾਪ ਕਰਦਾ ਸੀ ਸਾਰੇ ਨਗਰ ਨੂੰ ਭੋਗਣਾ ਪੈਂਦਾ ਸੀ ਉਹਦਾ ਫਲ। ਤੇ ਦੁਆਪਰ ਯੁੱਗ ਦੇ ਵਿੱਚ ਜੇ ਕੋਈ ਪਾਪ ਕਰਦਾ ਸੀ ਉਹਦੇ ਸਾਰੀਆਂ ਕੁੱਲਾਂ ਨੂੰ ਫਿਰ ਉਹ ਜਿਹੜਾ ਦੁੱਖ ਭੋਗਣਾ ਪੈਂਦਾ ਸੀ। ਕਲਯੁਗ ਦੇ ਵਿੱਚ ਇਹ ਕਰ ਕਰੇ ਸੋ ਇਹ ਕਰ ਪਾਏ। ਕਿਉਂ ਕੋਈ ਨਾ ਪਕੜੀਏ ਕਿਸੇ, ਕੋਈ ਹੋਰ ਨਹੀਂ ਗੁਨਾਹ ਕਿਸੇ ਨੇ ਹੋਰ ਕੀਤਾ ਉਹ ਜਗ੍ਹਾ ਤੇ ਹੋਰ ਨਹੀਂ ਫੜਿਆ ਜਾਂਦਾ। ਜੋ ਉਹਨੇ ਭਾਈ ਪਾਪ ਕੀਤੇ ਹੈ ਉਹਨੂੰ ਫਲ ਮਿਲਦਾ ਹੈ। ਇਹ ਮਹਾਰਾਜ ਜੀ ਕਹਿੰਦੇ ਸਭ ਯੁੱਗ ਤੇ ਵੱਡ ਤੇਜ ਤੁਮਾਰਾ,
ਸਾਰੇ ਯੁੱਗਾਂ ਨਾਲੋਂ ਹੇ ਕਲਯੁਗ ਤੇਰਾ ਤੇਜ ਪ੍ਰਤਾਪ ਜ਼ਿਆਦੇ ਹੋਵੇਗਾ। ਹੋਵੈ ਗੋ ਇਹੋ ਵਾਕ ਹਮਾਰਾ। ਇਹ ਹੋਊਗਾ ਮਹਾਰਾਜ ਕਹਿੰਦੇ ਸਾਡਾ ਬਚਨ ਹੈ। ਥੋਰ ਕਾਲ ਕੀਰਤ ਕਰਤਾਰੂ। ਤੇ ਹਾਂ ਥੋੜਾ ਸਮਾਂ ਵੀ ਕੋਈ ਕਰਤਾਰ ਦੀ ਕੀਰਤੀ ਕਰ ਲੂ। ਦੇਖੋ ਸਤਸੰਗ ਦੀ ਮਹਾਨਤਾ, ਰੱਬ ਦੀ ਕੀਰਤੀ ਦੀ ਮਹਾਨਤਾ। ਪਹਿਲੇ ਜਮਿਆਂ ਦੇ ਵਿੱਚ ਜੱਗ ਕਰਨੇ ਪੈਂਦੇ, ਬਹੁਤ ਧਨ ਵੀ ਖਰਚ ਹੁੰਦਾ, ਫਿਰ ਉਹ ਜਿਹੀਆਂ ਤਪ ਕਰਨੇ ਪੈਂਦੇ, ਲੰਮੀਆਂ ਸਮਾਧੀਆਂ ਲਾਉਣੀਆਂ ਤੇ ਫਲ ਥੋੜਾ ਮਿਲਦਾ ਹੁੰਦਾ ਸੀ। ਕਲਯੁਗ ਦੇ ਵਿੱਚ ਥੋੜਾ ਕਰਮ ਹੈ। ਨਾਮ ਜਪਿਆ ਕੋਈ ਕਬੀਰ ਏਕ ਘਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟ ਜੋ ਕੀਨੋ ਸੋ ਲਾਭ। ਜਿੰਨਾ ਵੀ ਸਮਾਂ ਕੋਈ ਸਤਸੰਗ ਕਰਦਾ, ਅੱਧੀ ਤੋਂ ਵੀ ਅੱਧੀ, ਅੱਧੀਓਂ ਵੀ ਅੱਧੀ, ਚੌਥਾ ਹਿੱਸਾ ਘੜੀ ਵੀ ਕੋਈ ਸਤਸੰਗ ਕਰ ਲਿਆ, ਉਹਦਾ ਵੀ ਲਾਭ ਹੀ ਲਾਭ ਹੈ। ਥੋਰ ਕਾਲ ਕੀਰਤ ਕਰਤਾਰੂ। ਥੋੜਾ ਸਮਾਂ ਕੀਰਤੀ ਕੀਤੀ ਕਰਤਾਰ ਦੀ। ਮਹਿਮਾ ਤਿਹ ਕੀ ਵਧੈ ਅਪਾਰੂ। ਪਰ ਉਹਦੀ ਮਹਿਮਾ ਜਿਹੜੀ ਹੈ ਬਹੁਤ ਜ਼ਿਆਦਾ ਵਧੇਗੀ। ਲੱਖ ਬਰਖ ਸਤਜੁਗ ਕੋ ਕਰਈ। ਜਿਹੜਾ ਸਤਜੁਗ ਆ ਉਹਦੇ ਵਿੱਚ ਲੱਖ ਸਾਲ ਦੀ ਉਮਰ ਸੀ। 10 ਸਹੰਸਰ ਤ੍ਰੇਤੇ ਚਿਤ ਧਰਹੀ। ਤੇ ਤ੍ਰੇਤੇ ਦੇ ਵਿੱਚ ਜਾਣੋ 10 ਸਹੰਸਰ, ਸਹੰਸਰ ਹਜ਼ਾਰ ਨੂੰ ਕਹਿੰਦੇ, 10,000 ਵਰੇ ਦੀ ਉਮਰ ਸੀ। ਦੁਆਪਰ ਕਰਤ ਨਿਜ ਬਰਖ ਹਜ਼ਾਰਾ। ਦੁਆਪਰ ਦੇ ਵਿੱਚ ਫਿਰ ਜਿਹੜੀ ਉਮਰ ਆ ਆਪਣੀ 1000 ਕਰ ਦਿੱਤੀ, 1000 ਸਾਲ। ਸੋ ਕਲ ਅਲਪ ਕਾਲ ਸੁਖ ਸਾਰਾ। ਤੇ ਕਲਯੁਗ ਦੇ ਵਿੱਚ ਉਹ ਛੋਟੇ ਥੋੜੇ ਜਿਹੇ ਸਮੇਂ ਵਿੱਚ ਸਾਰੇ ਸੁੱਖ ਮਿਲ ਜਾਂਦੇ ਆ। ਭਾਵ ਇਹਦਾ ਭਾਵ ਕੀ ਹੈ? ਜਾਂ ਸਤਜੁਗ ਦੇ ਵਿੱਚ ਗੁਰਮੁਖੋ ਲੱਖ ਸਾਲ ਜਿਹੜਾ ਕੋਈ ਕਰਮ ਕਰੇ ਜਿੰਨਾ ਫਲ ਉਹਦਾ ਮਿਲਦਾ ਸੀ, ਤੇ ਦੁਆਪਰ ਤ੍ਰੇਤੇ ਦੇ ਵਿੱਚ ਜਿਹੜਾ ਹੈ ਉਹੀ ਕਰਮ 10,000 ਸਾਲ ਕਰਨ ਦੇ ਨਾਲ ਫਲ ਮਿਲਦਾ ਸੀ। ਤੇ ਦੁਆਪਰ ਦੇ ਵਿੱਚ ਉਹੀ ਕਰਮ 1000 ਸਾਲ ਕਰੇ ਤਾਂ ਉਹਦਾ ਉਨਾ ਫਲ ਮਿਲਦਾ ਸੀ। ਕਲਯੁਗ ਦੇ ਵਿੱਚ ਅਲਪ ਥੋੜਾ ਜਿਹਾ ਸਮਾਂ ਵੀ ਕੋਈ ਭਾਈ ਜਿਹੜਾ ਸ਼ੁਭ ਕਰਮ ਕਰ ਲਿਆ, ਥੋੜੇ ਸਮੇਂ ਵਿੱਚ ਹੀ ਜਿਹੜਾ ਸਾਰਾ ਸੁੱਖ ਮਿਲਦਾ ਹੈ, ਸ੍ਰੇਸ਼ਟ ਸੁੱਖ ਮਿਲਦਾ ਹੈ। ਪ੍ਰੀਤ ਯੁਕਤ ਹਰ ਕੀਰਤ ਕਰਈ। ਪ੍ਰੀਤੀ ਦੇ ਸਹਿਤ ਕੋਈ ਵਾਹਿਗੁਰੂ ਦੀ ਕੀਰਤੀ ਕਰਦਾ ਹੈ, ਸੋ ਤਤਕਾਲ ਵਿਖੈ ਭਵ ਤਰਈ। ਉਹ ਭਾਈ ਤੁਰੰਤ ਹੀ ਇਸ ਭੌਜਲ ਤੋਂ ਤਰ ਜਾਂਦਾ ਹੈ। ਦੋਹਰਾ ਸਤਜੁਗ ਪਾਪੀ ਏਕ ਤੇ ਦੇਸ ਮਾਰੀਏ ਸੋਏ। ਸਤਜੁਗ ਦੇ ਵਿੱਚ ਦੇਖੋ ਪਾਪੀ ਇੱਕ ਸੀ ਤੇ ਉਹਦਾ ਇਲਾਕਾ ਸਾਰਾ ਉਹਨੂੰ ਸਜ਼ਾ ਮਿਲਦੀ, ਸਾਰੇ ਦੇਸ਼ ਨੂੰ ਮਾਰਿਆ ਜਾਂਦਾ। ਤ੍ਰੇਤੇ ਨਗਰੀ ਪੀੜੀਏ ਦੁਆਪਰ ਕੁਲ ਦੁੱਖ ਹੋਏ। ਤ੍ਰੇਤੇ ਵਿੱਚ ਜੇ ਕੋਈ ਪਾਪ ਕਰਦਾ ਤਾਂ ਨਗਰ ਨੂੰ ਦੁੱਖ ਮਿਲਦਾ, ਨਗਰ ਪੀੜਿਆ ਜਾਂਦਾ। ਦੁਆਪਰ ਕੁਲ ਦੁੱਖ ਹੋਏ। ਦੁਆਪਰ ਦੇ ਵਿੱਚ ਕੋਈ ਮਾੜਾ ਕਰਮ ਪਾਪ ਕਰਦਾ ਤਾਂ ਉਹਦੀ ਕੁਲ ਨੂੰ ਦੁੱਖ ਮਿਲਦਾ ਸੀ। ਚੌਪਈ ਤੁਮਰੇ ਜੁਗ ਮਹਿ ਕਰੈ ਸੋ ਪਾਵੈ। ਮਹਾਰਾਜ ਕਹਿੰਦੇ ਇਹ ਕਲਯੁਗ ਤੇਰੇ ਯੁੱਗ ਦੇ ਵਿੱਚ ਜਿਹੜਾ ਕੋਈ ਪਾਪ ਕਰੂ ਉਹੀ ਫਲ ਪਾਵੇਗਾ। ਭਲੀ ਰੀਤ ਇਹੋ ਜਗ ਪ੍ਰਗਟਾਵੇ। ਇਹੀ ਸ਼ੁਭ ਰੀਤੀ ਜਗਤ ਦੇ ਵਿੱਚ ਪ੍ਰਗਟ ਹੋਵੇਗੀ। ਸੁਣ ਕਰ ਕਲਯੁਗ ਔਰ ਹਰ ਖਾਨਾ। ਸੁਣ ਕਰਕੇ ਕਲਯੁਗ ਹਿਰਦੇ ਤੋਂ ਖੁਸ਼ ਹੋਇਆ ਹੈ। ਘਰ ਪਦ ਬੰਧਨ ਬਚਨ ਬਖਾਨਾ। ਮਹਾਰਾਜ ਦੇ ਚਰਨਾਂ ਤੇ ਬੰਦਨਾ ਕਰਕੇ ਬੇਨਤੀ ਬਚਨ ਕਹੇ ਹਨ। ਤੁਮ ਸੰਗਤ ਕੇ ਨਿਕਟ ਨ ਜੈ ਹੋ। ਮਹਾਰਾਜ ਮੈਂ ਤੁਹਾਡੀ ਸੰਗਤ ਦੇ ਨੇੜੇ ਨਹੀਂ ਜਾਵਾਂਗਾ। ਆਨ ਜੀਵ ਦੰਭੀ ਦੁੱਖ ਦੈ ਹੂੰ। ਹਾਂ ਜਿਹੜੇ ਹੋਰ ਜੀਵ ਨੇ ਪਖੰਡੀ ਉਹਨਾਂ ਨੂੰ ਮੈਂ ਦੁੱਖ ਦੇਵਾਂਗਾ। ਤੁਮਰੇ ਬਚਨ ਜੇ ਸਿੱਖ ਕਮਾਵੇ। ਜਿਹੜਾ ਕੋਈ ਮਹਾਰਾਜ ਤੁਹਾਡਾ ਸਿੱਖ ਤੁਹਾਡੇ ਬਚਨਾਂ ਨੂੰ ਕਮਾਵੇਗਾ, ਤਿਨ ਪਰ ਮੇਰੋ ਕਛ ਨ ਬਸਾਵੇ। ਉਹਨਾਂ ਦੇ ਉੱਤੇ ਕਲਯੁਗ ਕਹਿੰਦਾ ਮਹਾਰਾਜ ਮੇਰਾ ਕੋਈ ਵਸ ਨਹੀਂ ਚੱਲੇਗਾ। ਭੇਟ ਦੇਹ ਬਰ ਗੁਰ ਤੇ ਲੈ ਕਰ। ਇਸ ਤਰ੍ਹਾਂ ਕਲਯੁਗੇ ਭੇਟਾ ਦੇ ਕੇ ਗੁਰੂ ਤੋਂ ਬਰ ਬਚਨ ਲੈ ਕੇ
ਬੇਦਾ ਭਇਓ ਚਰਨਨ ਪਰ ਧਰ ਸਿਰ। ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖ ਕਰਕੇ ਫਿਰ ਵਿਦਾ ਹੋ ਗਿਆ ਹੈ। ਗੁਰ ਸਿੱਖ ਜੋ ਗੁਰ ਬਚਨ ਕਮਾਵੇ। ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ, ਗੁਰਮੁਖੋ ਜਿਹੜਾ ਕੋਈ ਗੁਰੂ ਕਾ ਸਿੱਖ ਗੁਰੂ ਦੇ ਬਚਨਾਂ ਨੂੰ ਕਮਾਵੇਗਾ, ਕਲ ਯੁਗ ਤਹਿ ਕੇ ਨਿਕਟ ਨ ਆਵੇ, ਉਹਦੇ ਨੇੜੇ ਕਲ ਯੁਗ ਨਹੀਂ ਆਵੇਗਾ। ਭਾਈ ਮੂਲਾ ਜੋ ਗੁਰ ਸੰਗਾ। ਹੁਣ ਅੱਗੇ ਨਵੀਂ ਕਥਾ ਦੱਸਦੇ, ਨਵਾਂ ਪ੍ਰਸੰਗ। ਉਹ ਯਾਦ ਕਰੋ ਕਿ ਭਾਈ ਮੂਲੇ ਨੂੰ ਵੀ ਮਹਾਰਾਜ ਨੇ ਨਾਲ ਲੈ ਲਿਆ ਸੀ, ਜਿਹਨੇ ਲਿਖਿਆ ਸੀ ਮਰਨਾ ਸੱਚ ਤੇ ਜਿਉਣਾ ਝੂਠ ਸਿਆਲਕੋਟ ਦੇ ਵਿੱਚ। ਉਹ ਜੋ ਨਾਲ ਹੈ ਗੁਰੂ ਪਾਤਸ਼ਾਹ ਮਹਾਰਾਜ ਦੇ। ਵੇਖਿਓ ਗੁਰੂ ਤਹਿ ਬਹੁ ਮਨ ਭੰਗਾ। ਗੁਰੂ ਸਾਹਿਬ ਨੇ ਵੇਖਿਆ ਵੀ ਇਹਦਾ ਜਿਹੜਾ ਮਨ ਹੈ ਬੜਾ ਉਚਾਟ ਹੋਇਆ, ਭੰਗ ਹੋਇਆ, ਬੜਾ ਉਖੜਿਆ ਹੋਇਆ ਹੈ। ਅੰਤਰਜਾਮੀ ਤੇ ਗਤ ਜਾਨੀ। ਅੰਤਰਜਾਮੀ ਗਰੀਬ ਨਵਾਜ ਪਾਤਸ਼ਾਹ ਨੇ ਉਹਦੀ ਹਾਲਤ ਨੂੰ ਜਾਣਿਆ ਹੈ। ਸ੍ਰੀ ਮੁਖ ਤੇ ਤਬ ਕੀਨ ਬਖਾਨੀ। ਸੁਭਾਏਮਾਨ ਮੁਖ ਤੋਂ ਸਤਿਗੁਰਾਂ ਫਿਰ ਬਚਨ ਕਹੇ, ਆਹ ਮੂਲਾ ਕਿਆ ਮਨ ਮੋਹ ਆਈ। ਹੇ ਮੂਲਿਆ, ਤੇਰੇ ਮਨ ਵਿੱਚ ਭਾਈ ਕੀ ਆਇਆ ਹੈ। ਸੁਨ ਕਰ ਜੋਰਤ ਬਿਨੋ ਸੁਨਾਈ। ਸੁਣ ਕੇ ਹੱਥ ਜੋੜੇ ਮਹਾਰਾਜ ਨੂੰ ਬੇਨਤੀ ਕਰਦਾ ਹੈ, ਹੇ ਗੁਰ ਮੈਂ ਰਾਵਰ ਸੰਗ ਆਇਓ। ਹੇ ਸਤਿਗੁਰੂ ਜੀ, ਮੈਂ ਉਦੋਂ ਤੁਹਾਡੇ ਨਾਲ ਆ ਗਿਆ। ਮੰਗ ਹੁਤੀ ਥੋ ਨਿਕਟ ਬਿਆਹਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸਮੇਂ ਕਹਿੰਦਾ, ਮੇਰੀ ਮੰਗ, ਮੈਂ ਮੰਗਿਆ ਜਾ ਚੁੱਕਿਆ ਸੀ, ਮੰਗੜਾ ਹੋ ਚੁੱਕਿਆ ਸੀ ਗਰੀਬ ਨਵਾਜ ਪਾਤਸ਼ਾਹ, ਤੇ ਹੁਣ ਮੇਰਾ ਜਿਹੜਾ ਵਿਆਹ ਦਾ ਸਮਾਂ ਹੈ ਨਾ, ਉਹ ਨਿਕਟ ਭਾਵ ਨੇੜੇ ਆ ਗਿਆ। ਮੂਲਾ ਕਹਿਣ ਲੱਗਿਆ ਵੀ ਉਹ ਮੇਰੇ ਵਿਆਹ ਦਾ ਸਮਾਂ ਆ ਗਿਆ ਹੈ। ਸਾਗਰ ਲਗ ਰਾਵਰ ਸੰਗ ਆਇਆ। ਕਹਿੰਦਾ ਗਰੀਬ ਨਵਾਜ ਪਾਤਸ਼ਾਹ ਜੀ, ਮੈਂ ਸਮੁੰਦਰ ਰੂਪ ਗੁਰੂ ਨਾਨਕ ਦੇ ਪਾਤਸ਼ਾਹ ਤੁਹਾਡੇ ਨਾਲ ਲੱਗ ਕਰਕੇ ਇੱਥੇ ਆਇਆ ਹਾਂ। ਜਾਂ ਸ਼ਬਦ ਹੈ ਸਾਗਰ ਲੰਘ। ਮਹਾਰਾਜ ਮੈਂ ਤੇ ਬਹੁਤ ਹੁਣ ਜ਼ਿਆਦੇ ਸਮੁੰਦਰ ਲੰਘ ਕੇ ਤੁਹਾਡੇ ਨਾਲ ਬੜੀ ਦੂਰ ਆ ਗਿਆ ਹਾਂ। ਚੈ ਹੋ ਪਾਛੈ ਅਬੈ ਸਿਧਾਇਆ। ਉਹ ਵਿਆਹ ਦਾ ਦਿਨ ਮਹਾਰਾਜ ਮੇਰਾ ਨੇੜੇ ਆ ਗਿਆ, ਮੈਂ ਦੂਰ ਬਹੁਤਾ ਆ ਗਿਆ ਸਮੁੰਦਰਾਂ ਪਾਰ ਹੋ ਕੇ। ਚੈ ਹੋ ਪਾਛੈ, ਮੈਂ ਤਾਂ ਹੁਣ ਪਿੱਛੇ ਜਾਣਾ ਚਾਹੁੰਦਾ, ਆਪਣੇ ਘਰ ਨੂੰ ਜਾਣਾ ਚਾਹੁੰਦਾ ਹਾਂ। ਨਤ ਮੋਹਿ ਸਸੁਰ ਔਰ ਕਹਿ ਵਿਆਏ। ਨਹੀਂ ਤਾਂ ਮਹਾਰਾਜ ਮੇਰੇ ਸਹੁਰੇ ਪਰਿਵਾਰ ਦੇ ਉਸ ਲੜਕੀ ਨੂੰ ਕਿਤੇ ਹੋਰ ਵਿਆਹ ਦੇਣਗੇ। ਇਸ ਹਿਤ ਸਤਿਗੁਰ ਦੇ ਹੋ ਰਜਾਏ। ਇਸ ਕਰਕੇ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ, ਹੁਕਮ ਦੇਵੋ। ਸੁਨ ਗੁਰ ਕਹਿਓ ਬਨਜ ਨਿਜ ਭੂਲਾ। ਸੁਣ ਕੇ ਗੁਰੂ ਮਹਾਰਾਜ ਕਹਿੰਦੇ ਵੀ ਇਹ ਤਾਂ ਤੂੰ ਹੀ ਬਣਜ ਕੀਤਾ ਸੀ, ਮਰਨਾ ਸੱਚ ਜਿਉਣਾ ਝੂਠ, ਤੇ ਹੁਣ ਤੂੰ ਫਿਰ ਦੇਖ ਉਧਰ ਨੂੰ ਜਗਨ। ਇਹ ਤਾਂ ਤੂੰ ਆਪਣਾ ਕੀਤਾ ਬਣਜ ਭੁੱਲ ਗਿਆ ਹੈ। ਫਸਤ ਝੂਠ ਮੋਹ ਭਾਈ ਮੂਲਾ। ਇਉਂ ਕਹਿੰਦੇ ਝੂਠ ਦੇ ਵਿੱਚ ਫਿਰ ਤੂੰ ਮਰਨਾ ਸੱਚ ਤੇ ਜਿਉਣਾ ਝੂਠ ਕੇ ਹੁਣ ਝੂਠ ਦੇ ਵਿੱਚ ਮੂਲਿਆ ਇਹ ਭਾਈ ਤੂੰ ਫਸ ਰਿਹਾ ਹੈ। ਕਹਿਓ ਪ੍ਰਭੂ ਹਮ ਨਰ ਕੁਰਿਆਰੇ। ਕਹਿਣ ਲੱਗਿਆ ਹੈ ਪਰਮੇਸ਼ਰ ਸਤਿਗੁਰੂ ਜੀ ਅਸੀਂ ਤਾਂ ਝੂਠੇ ਲੋਕ ਹਾਂ। ਕਹਾਂ ਸੰਗ ਉਤਰੈ ਤੋਹਿ ਪਾਰੇ। ਅਸੀਂ ਮਹਾਰਾਜ ਕਿੱਥੇ ਤੁਹਾਡੇ ਨਾਲ ਪਾਰ ਉਤਰ ਸਕਦੇ ਹਾਂ, ਕਿੱਥੇ ਅਸੀਂ ਤੁਹਾਡੇ ਨਾਲ ਕਹਿ ਕੇ ਬਚਨ ਦੇ ਪੂਰੇ ਹੋ ਸਕਦੇ ਹਾਂ। ਅਬ ਕਿਰਪਾ ਕਰ ਆਇਸ ਦੀਜੈ। ਹੁਣ ਮਹਾਰਾਜ ਕਿਰਪਾ ਕਰਕੇ ਹੁਕਮ ਦੇਵੋ। ਪ੍ਰੰਚ ਬੇਨਤੀ ਅਪਰ ਸੁਨੀਜੈ। ਤੇ ਨਾਲ ਮੁੜ ਮਹਾਰਾਜ ਮੇਰੀ ਬੇਨਤੀ ਹੈ ਗਰੀਬ ਨਵਾਜ ਪਾਤਸ਼ਾਹ ਜੀ, ਉਹ ਕਿਰਪਾ ਕਰਕੇ ਸੁਣੋ। ਅਹੈ ਦਰਿਦਰ ਧਾਮ ਮਹਿ ਭਾਰਾ। ਮਹਾਰਾਜ ਮੈਂ ਕੰਮ ਛੱਡ ਕੇ ਇੱਥੇ ਆ ਗਿਆ, ਮੇਰੇ ਹੁਣ ਘਰ ਵਿੱਚ ਬਹੁਤ ਜ਼ਿਆਦਾ ਗਰੀਬੀ, ਅਸੀਂ ਕਮਾਈ ਕਰਨ ਵਾਲਾ ਹੀ ਹੈ ਨਹੀਂ ਕੋਈ। ਦੇਹੋ ਪਦਾਰਥ ਭੀ ਸੁਖ ਸਾਰਾ। ਤੇ ਮੈਨੂੰ ਮਹਾਰਾਜ ਸੁਭ ਜਿਹੜੇ ਆ ਸ੍ਰੇਸ਼ਟ ਸੁਖ ਜਿਹੜਾ ਹੈ ਜਿਹਦੇ ਨਾਲ ਪ੍ਰਾਪਤ ਹੋਣੇ ਇਹੋ ਜਿਹੇ ਪਦਾਰਥ ਵੀ ਦੇਵੋ। ਸੁਨ ਸਤਿਗੁਰ ਤਬ ਨਿਜ ਕਰ ਸਾਥਾ।
ਇਹ ਸੁਣ ਕੇ ਫਿਰ ਮਹਾਰਾਜ ਨੇ ਆਪਣੇ ਹੱਥਾਂ ਦੇ ਨਾਲ ਰੋਰਨ ਮੁਸ਼ਟ ਦੀਨ ਤੇ ਹਾਥਾ, ਉਹਨੂੰ ਰੋੜਿਆਂ ਦੀ ਮੁੱਠ ਭਰ ਕੇ ਬੁੱਕ ਭਰ ਕੇ ਰੋੜਿਆਂ ਦਾ ਦੇ ਦਿੱਤਾ। ਜਵਾਹਰ ਰਾਤ ਭੇ ਰੋਰ ਅਪਾਰੇ, ਜਦੋਂ ਮੂਲੇ ਦੀ ਝੋਲੀ ਚ ਪਾਏ ਨਾ ਉਹ ਰੋੜੇ ਜਿਹੜੇ ਸਨ ਰੋੜ ਬਹੁਤ ਜਵਾਹਰਾਤ ਬਣ ਗਏ। ਹਰਖਿਓ ਮੂਲਾ ਪੁਨਹਿ ਉਚਾਰੇ, ਮੂਲਾ ਬੜਾ ਖੁਸ਼ ਹੋਇਆ ਤੇ ਫਿਰ ਮਹਾਰਾਜ ਨੂੰ ਕਹਿੰਦਾ ਹੈ, ਹੇ ਸਤਿਗੁਰ ਜਬ ਮੁਰ ਕੈ ਆਵੋ, ਵੀ ਹੇ ਸਤਿਗੁਰੂ ਜੀ ਜਦੋਂ ਤੁਸੀਂ ਵਾਪਸ ਆਓ ਨਾ ਮੁੜ ਕੇ, ਦਾਸ ਜਾਨ ਨਿਜ ਦਰਸ ਦਿਖਾਵੋ, ਦਾਸ ਜਾਣ ਕੇ ਮੈਨੂੰ ਆਪਣੇ ਦਰਸ਼ਨ ਜ਼ਰੂਰ ਦੇਣੇ। ਕਈ ਵਾਰ ਆਪਾਂ ਨੂੰ ਹੋ ਜਾਂਦਾ ਕੋਈ ਰਾਹ 'ਚ ਮਿਲੇ ਆਪਣਾ ਆਦਰ ਜਗ੍ਹਾ, ਤੂੰ ਆਈ ਕਿਤੇ ਮਿਲੀ, ਉਧਰ ਆਇਆ ਜ਼ਰੂਰ ਆਈ, ਤੇ ਉਹ ਜੇ ਆ ਜੇ ਫਿਰ ਬਿਪਤਾ ਜੀ ਮਨ 'ਚ ਸੋਚਦਾ ਕਿੱਥੋਂ ਆ ਗਿਆ, ਕੰਮਕਾਰ ਵੀ ਕਰਨੇ, ਮੈਂ ਤਾਂ ਸੁਲਾਈ ਮਾਰ ਕੇ ਆਇਆ ਸੀ। ਮੂਲਾ ਕਹਿੰਦਾ ਮਹਾਰਾਜ ਜਦੋਂ ਵਾਪਸ ਆਏ ਜ਼ਰੂਰ ਦਰਸ਼ਨ ਦਿਓ। ਕਹੇ ਉਹ ਗੁਰੂ ਮੂਲੇ ਇੱਕ ਬੇਰਾ, ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਹਾਂ ਭਾਈ ਮੂਲਿਆ ਇੱਕ ਵਾਰੀ ਮਿਲ ਹੈ ਜ਼ਰੂਰ ਬਚਨ ਇਹ ਮੇਰਾ, ਤੇਰੇ ਨਾਲ ਭਾਈ ਸਾਡਾ ਇਹ ਬਚਨ ਰਿਹਾ, ਤੈਨੂੰ ਅਸੀਂ ਜ਼ਰੂਰ ਮਿਲਾਂਗੇ। ਆਬ ਨੈਣਨ ਕੋ ਮੀਚਨ ਕੀਜੈ, ਫਿਰ ਉਹਨੇ ਕਿਹਾ ਮਹਾਰਾਜ ਏਡੀ ਦੂਰ ਸਮੁੰਦਰੋਂ ਪਾਰ ਆ ਗਿਆ, ਮੈਂ ਜਾਊਂ ਕਿਵੇਂ? ਮਹਾਰਾਜ ਕਹਿੰਦੇ ਅੱਖਾਂ ਮੀਟ ਭਾਈ ਮੂਲਿਆ, ਜਾਹੋ ਅਵੈ ਨਿਜ ਧਾਮ ਥਰੀਜੈ, ਤੇ ਹੁਣੇ ਹੀ ਜਾ ਆਪਣੇ ਘਰ ਵਿੱਚ ਜਾ ਬੈਠ, ਅੱਖਾਂ ਬੰਦ ਕਰ ਉੱਥੇ ਬੈਠੇਗਾ। ਸੁਣ ਮੂਲੇ ਤਬ ਨੈਣ ਨਚਾਏ, ਇਹ ਸੁਣ ਕੇ ਭਾਈ ਮੂਲੇ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ। ਜਬ ਖੋਲੇ ਸਾਲਪੁਰ ਬਹੁ ਪਹੁੰਚਾਏ, ਜਦੋਂ ਅੱਖਾਂ ਖੋਲੀਆਂ ਤੇ ਸਿਆਲਕੋਟ ਪਹੁੰਚਾਤਾ ਧੰਨ ਗੁਰੂ ਨਾਨਕ ਦੇਵ ਜੀ ਨੇ। ਮਿਲੇ ਸੰਬੰਧੀ ਹਰਖ ਅਪਾਰਾ, ਸਾਗ ਸੰਬੰਧੀ ਘਰ ਦੇ ਹੋਰ ਸਕੇ ਮਿਲੇ ਤੇ ਬਹੁਤ ਖੁਸ਼ ਹੋਏ ਹਨ। ਭਇਓ ਵਿਆਹ ਬਹੁ ਆਨੰਦ ਧਾਰਾ, ਇਧਰ ਭਾਈ ਮੂਲੇ ਦਾ ਫਿਰ ਵਿਆਹ ਹੋ ਗਿਆ, ਬੜੀਆਂ ਖੁਸ਼ੀਆਂ ਘਰ ਵਿੱਚ ਹਨ। ਸ੍ਰੀ ਸਤਿਗੁਰ ਤਾਬੇ ਅਗਰ ਸਿਧਾਏ, ਗੁਰੂ ਨਾਨਕ ਦੇ ਪਾਤਸ਼ਾਹ ਜੀ ਉਥੋਂ ਅੱਗੇ ਚਲੇ ਗਏ ਹਨ। ਵੱਡ ਸਾਗਰ ਕੇ ਤਟ ਪਰ ਆਏ, ਤੇ ਬਹੁਤ ਵੱਡੇ ਸਮੁੰਦਰ ਦੇ ਕਿਨਾਰੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਆ ਗਏ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ। ਇੱਥੇ ਤੱਕ ਭਾਈਏ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ ਪਹਿਲੇ ਮਹੱਲੇ ਦਾ ਕਲਯੁਗ ਪ੍ਰਸੰਗ ਵਰਣਨ, ਇਹ ਕਲਯੁਗ ਦਾ ਜਿਹੜਾ ਪ੍ਰਸੰਗ ਹੈ ਵਰਣਨ ਕੀਤਾ। ਨਾਮ 30ਵਾਂ ਮੰਦਰ ਹੈ, ਇਹ 30ਵਾਂ ਘਰ ਹੈ, ਭਾਵ ਇਹ 30ਵੇਂ ਘਰ ਦੇ ਪ੍ਰਸੰਗ ਹਨ। ਦੋਹਰਾ ਜਿਹੇ ਦਰਸੇ ਜਮ ਨਹਿ ਪਿਟੈ, ਐਸੇ ਦੀਨ ਦਿਆਰ। 31ਵਾਂ ਘਰ ਦੇ ਪ੍ਰਸੰਗ ਸੰਤ ਰੇਣ ਜੀ ਕਹਿ ਰਹੇ ਹੈ ਕਿ ਭਾਈ ਗੁਰੂ ਨਾਨਕ ਦੇ ਪਾਤਸ਼ਾਹ ਤਾਂ ਐਸੇ ਨੇ ਜਿਨ੍ਹਾਂ ਦੇ ਦਰਸ਼ਨ ਕਰ ਲਈਏ ਜਮ ਨਹੀਂ ਭੇਟਦੇ, ਜਮ ਨਹੀਂ ਨੇੜੇ ਆਉਂਦੇ। ਐਸੇ ਦੀਨ ਦਿਆਲ ਕਿਰਪਾਲੂ ਸਤਿਗੁਰੂ ਚੱਲੇ ਨਾਹਰੂ ਦੇਸ ਕੋ, ਜੋ ਸਾਗਰ ਵਿਚਕਾਰ। ਹੁਣ ਮਹਾਰਾਜ ਜੀ ਨਾਹਰੂ ਦੇਸ਼ ਨੂੰ ਚੱਲੇ ਆ, ਜਿਹੜਾ ਇਲਾਕਾ ਜਿਹੜਾ ਦੇਸ਼ ਸਮੁੰਦਰ ਦੇ ਵਿੱਚ ਸੀ। ਚੌਪਈ ਮਰਦਾਨੇ ਸੋ ਬੋਲੇ ਤਬ ਹੀ, ਭਾਈ ਮਰਦਾਨੇ ਨੂੰ ਗੁਰੂ ਪਾਤਸ਼ਾਹ ਕਹਿਣ ਲੱਗੇ, ਵਾਹਿਗੁਰੂ ਜਪ ਆਵੋ ਅਬ ਹੀ, ਭਾਈ ਵਾਹਿਗੁਰੂ ਜਪਦਿਆਂ ਹੋਇਆਂ ਹੁਣੇ ਹੀ ਆ ਜਾਓ। ਉੱਪਰ ਸਾਗਰ ਕੇਰ ਕਿਰਪਾਲਾ, ਹੁਣ ਸਮੁੰਦਰ ਦੇ ਉੱਪਰ ਕਿਰਪਾਲੂ ਸਤਿਗੁਰੂ ਜੀ ਜੁਗ ਕੋ ਲੈ ਗਮਨੇ ਤਤਕਾਲਾ। ਜੁਗ ਭਾਵ ਦੋਵੇਂ ਭਾਈ ਬਾਲੇ ਤੇ ਭਾਈ ਮਰਦਾਨੇ ਨੂੰ ਲੈ ਕੇ ਤੁਰੰਤ ਸਤਿਗੁਰੂ ਚੱਲ ਪਏ। ਗੁਰੂ ਕਹੈ ਸੋਹੰ ਕੋ ਜਾਪੂ, ਗੁਰੂ ਮਹਾਰਾਜ ਕਹਿਣ ਲੱਗੇ ਵੀ ਜੋ ਸੋਹੰ ਭਾਵ ਸੋਹੰ ਦਾ ਅਰਥ ਹੈ ਉਹ ਪਰਮੇਸ਼ਰ ਦਾ ਜਾਪ ਕਰੋ, ਵਾਹਿਗੁਰੂ ਕਹੋ। ਚੱਲੇ ਜਾਤ ਕਿਤ ਛੁਵੈ ਨ ਆਪੂ, ਤੇ ਚੱਲੇ ਜਾਂਦੇ ਨੇ ਪਾਣੀ ਛੂੰਹਦਾ ਤੱਕ ਨਹੀਂ ਹੈ।
ਸਾਗਰ ਬੀਚ ਪਹੁੰਚੇ ਜਬ ਹੀ। ਜਦੋਂ ਸਮੁੰਦਰ ਦੇ ਵਿੱਚ ਜੇ ਪਹੁੰਚੇ ਹਨ, ਜਾਪ ਵਾਹਿਗੁਰੂ ਕੋ ਤਜ ਤਬ ਹੀ। ਗੁਰੂ ਮਹਾਰਾਜ ਕਹਿੰਦੇ ਸੋਹੰ ਦਾ ਜਾਪ ਕਰੋ। ਕਹਿਣਾ ਕੀ ਇਹ ਵਾਹਿਗੁਰੂ। ਬਹੁਤ ਵੇਰੇ ਨੇ ਵਾਹਿਗੁਰੂ ਗੁਰਮੰਤਰ ਕਦੋਂ ਚੱਲਿਆ ਹੈ। ਗੁਰਮੁਖੋ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਸਾਨੂੰ ਹੁਕਮ ਕਰਤਾ ਸੀ ਵਾਹਿਗੁਰੂ ਦਾ। ਤੇ ਭਾਈ ਮਰਦਾਨਾ ਉਹ ਵਾਹਿਗੁਰੂ ਮੰਤਰ ਨੂੰ ਜਾ ਛੱਡ ਕਰਕੇ ਸੋਹੰ ਕਹਿਣ ਲੱਗਾ ਮਰਦਾਨਾ। ਭਾਈ ਮਰਦਾਨਾ ਸੋਹੰ ਸੋਹੰ ਕਹਿਣ ਲੱਗ ਪਿਆ। ਸ੍ਰੀ ਗੁਰ ਸਮਤਾ ਚਹਿਤ ਇਆਨਾ। ਹੁਣ ਗੁਰੂ ਸਾਹਿਬ ਤਾਂ ਸੋਹੰ ਕਹਿ ਰਿਹਾ, ਕਈ ਜਗ੍ਹਾ ਕਹਿੰਦੇ ਵੀ ਸੋਹੰ ਜਪੋ। ਗੁਰਮੁਖੋ ਸਿੱਖ ਨੇ ਵਾਹਿਗੁਰੂ ਜਪਣਾ ਹੈ। ਗੁਰੂ ਦਾ ਬਖਸ਼ਿਆ ਸਿੱਖ ਨੂੰ ਮੰਤਰ ਵਾਹਿਗੁਰੂ ਹੈ। ਸੋਹੰ ਇਹ ਆਪ ਉਹ ਤਾਂ ਗੁਰੂ ਦਾ ਆਪਦਾ, ਉਹ ਤਾਂ ਆਪਦੀ ਮਰਜ਼ੀ ਹੈ। ਗੁਰੂ ਮਹਾਰਾਜ ਸੋਹੰ ਕਹਿੰਦੇ ਤੇ ਮਹਾਰਾਜ ਕਹਿੰਦੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਆਇਓ। ਭਾਈ ਮਰਦਾਨਾ ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਮੈਂ ਵੀ ਉਹੀ ਕਹੂੰ। ਸੋਚ ਕੇ ਜੇ ਸੋਹੰ ਕਹਿਣ ਲੱਗਾ ਮਰਦਾਨਾ। ਭਾਈ ਮਰਦਾਨਾ ਸੋਹੰ ਸੋਹੰ ਕਹਿਣ ਲੱਗ ਪਿਆ। ਸ੍ਰੀ ਗੁਰ ਸਮਤਾ ਚਹਿਤ ਇਆਨਾ। ਦੇਖੋ ਭਾਈ ਅਗਰ ਕੋਈ ਸੋਹੰ ਜਾਪ ਕਰੂਗਾ ਨਾ, ਉਹ ਭਾਈ ਫਿਰ ਆਪਣੇ ਗੁਰੂ ਦੀ ਬਰਾਬਰੀ ਕਰਨੀ ਚਾਹੁੰਦਾ ਹੈ। ਤੇ ਜਿਹੜਾ ਕੋਈ ਗੁਰੂ ਦੀ ਬਰਾਬਰੀ ਕਰੂ ਉਹ ਡੁੱਬ ਜਾਵੇਗਾ। ਇਸ ਕਰਕੇ ਸਿੱਖ ਨੇ ਸ਼ਬਦ ਨਹੀਂ ਕੋਈ ਮਾੜਾ ਸ਼ਬਦ, ਸਾਰੇ ਹੀ ਪ੍ਰਮਾਤਮਾ ਦੇ ਆ। ਪਰ ਗੁਰੂ ਨੇ ਸਾਨੂੰ ਜੋ ਹੁਕਮ ਕੀਤਾ ਹੈ, ਆਪਾਂ ਗੁਰੂ ਦੇ ਬਚਨ ਨੂੰ ਕਮਾਉਣਾ। ਇਹੀ ਇੱਥੇ ਗੱਲ ਆਉਣੀ ਹੈ। ਗੁਰ ਸ੍ਰੀ ਗੁਰ ਸਮਤਾ ਚਹਿਤ ਇਆਨਾ। ਕਹਿੰਦੇ ਉਹ ਇਆਣਾ ਗੁਰੂ ਦੀ ਬਰਾਬਰੀ ਚਾਹੁੰਦਾ ਹੈ। ਬੂਢਨ ਲੱਗਾ ਸਿੰਧ ਕੇ ਮਾਹੀ। ਤੇ ਉਸੇ ਸਮੇਂ ਸਮੁੰਦਰ ਦੇ ਵਿੱਚ ਡੁੱਬਣ ਲੱਗਿਆ। ਬਹੁ ਡੁਬਕੀ ਲੀਨੀ ਜਬ ਤਾਹੀ। ਜਦੋਂ ਬਹੁਤ ਡੁਬਕੀਆਂ ਜੀਆਂ ਭਾਈ ਮਰਦਾਨੇ ਨੇ ਲਈਆਂ ਹਨ। ਦੋਹਰਾ ਗਰੀਬ ਫੇਰ ਸ੍ਰੀ ਗੁਰ ਪਿਖਾ। ਭੀਗ ਗਏ ਜਿਹੇ ਚੀਰ। ਮਹਾਰਾਜ ਨੇ ਗਰਦਨ ਪਿੱਛੇ ਨੂੰ ਕਰਕੇ ਦੇਖਿਆ ਭਾਈ ਮਰਦਾਨਾ ਭਿੱਜਿਆ ਪਿਆ ਹੈ। ਕਦੇ ਬਾਹਰ ਨੂੰ ਆਉਂਦਾ ਹੈ, ਕਦੇ ਫਿਰ ਵਿੱਚ ਨੂੰ ਡਿੱਗ ਪੈਂਦਾ ਹੈ। ਕੋਸ਼ਿਸ਼ਾਂ ਕਰਦਾ ਤਰਨ ਦੀਆਂ। ਬੂਢਤ ਤੇ ਕੋ ਜਾਣ ਕੈ ਬੋਲੇ ਗੁਨੀ ਗਹੀਰ। ਗੁਣਾਂ ਦੇ ਸਮੁੰਦਰ ਨੂੰ ਡੁੱਬਦੇ ਨੂੰ ਵੇਖ ਕਰਕੇ ਜਾਣ ਕੇ ਸਤਿਗੁਰੂ ਜੀ ਫਿਰ ਕਹਿਣ ਲੱਗੇ ਹਨ। ਸ੍ਰੀ ਮੁਖ ਵਾਕ ਗੁਰ ਕਹਿਆ ਸਾਕਾਰ ਕਮਾਵੋ। ਗੁਰ ਕੀ ਕਰਣੀ ਕਾਹੇ ਧਾਵੋ। ਮਹਾਰਾਜ ਨੇ ਬਚਨ ਕੀਤੇ ਜੋ ਗੁਰੂ ਨੇ ਕਿਹਾ ਹੈ ਨਾ, ਸਿੱਖ ਉਹ ਕਮਾਵੇ। ਗੁਰੂ ਦੀ ਕਰਨੀ ਵੱਲ ਨਾ ਭੱਜੇ। ਗੁਰੂ ਐਂ ਕਰਦਾ ਸੀ, ਗੁਰੂ ਬਹੁ ਕੋ ਕਰਦਾ ਭਾਈ। ਗੁਰੂ ਸਮਰੱਥ ਹੈ, ਗੁਰੂ ਤੇ ਨੇਕ ਕਲੰਕ ਹੈ। ਗੁਰੂ ਤਾਂ ਕੋਈ ਦੋਸ਼ ਨਹੀਂ ਹੈ, ਗੁਰੂ ਤੇ ਕੋਈ ਦੋਸ਼ ਨਹੀਂ ਥਾਪਿਆ ਜਾ ਸਕਦਾ। ਇਸ ਕਰਕੇ ਅਸੀਂ ਗੁਰੂ ਵਾਲੀ ਕਰਨੀ ਵੱਲ ਨਹੀਂ ਜਾਣਾ। ਜੋ ਸਾਨੂੰ ਸਤਿਗੁਰਾਂ ਨੇ ਕਿਹਾ ਉਹ ਹੁਕਮ ਕਮਾਉਣਾ ਹੈ। ਚੌਪਈ ਸੁਣ ਸਮਝੋ ਪੁਨ ਮਨ ਮਰਦਾਨਾ। ਸੁਣ ਕੇ ਫਿਰ ਭਾਈ ਮਰਦਾਨਾ ਮਨ ਵਿੱਚ ਸਮਝ ਗਿਆ। ਵਾਹਿਗੁਰੂ ਕੋ ਜਾਪ ਬਖਾਨਾ। ਤੇ ਵਾਹਿਗੁਰੂ ਦਾ ਜਾਪ ਜਪਣਾ ਸ਼ੁਰੂ ਕਰ ਦਿੱਤਾ। ਅਗਰਜ ਹੀ ਸਮ ਚਲਤਾ ਭਇਓ। ਫਿਰ ਪਹਿਲਾਂ ਵਾਂਗੂ ਹੀ ਪਾਣੀ ਤੇ ਤੁਰਨਾ ਸ਼ੁਰੂ ਹੋ ਗਿਆ। ਸਿੰਧ ਡੁੱਬਨੇ ਤੇ ਰਹਿ ਗਏ। ਸਮੁੰਦਰ ਵਿੱਚ ਡੁੱਬਣ ਤੋਂ ਬਚ ਗਿਆ ਹੈ। ਇਸ ਪ੍ਰਕਾਰ ਗੇ ਸਾਗਰ ਪਾਰਾ। ਇਸ ਤਰ੍ਹਾਂ ਸਮੁੰਦਰ ਤੋਂ ਪਾਰ ਹੋ ਗਏ। ਪਹੁੰਚੇ ਟਾਪੂ ਕੇਰ ਮਝਾਰਾ। ਤੇ ਉਹ ਟਾਪੂ ਦੇ ਵਿੱਚ ਪਹੁੰਚ ਗਏ ਹਨ। ਹਾਰੂ ਨਗਰ ਵਿਖੈ ਜਬ ਗਏ। ਉੱਥੇ ਨਗਰ ਸੀ ਹਾਰੂ। ਹਾਰੂ ਨਗਰ ਵਿੱਚ ਜਦੋਂ ਪਹੁੰਚੇ ਹਨ, ਇੱਕ ਤਰ ਨੀਚੇ ਬੈਠਤ ਭਏ। ਇੱਕ ਤਰ ਨਾਮ ਦਰਖਤ ਦਾ, ਇੱਕ ਦਰਖਤ ਦੇ ਹੇਠਾਂ ਮਹਾਰਾਜ ਬਹਿ ਗਏ ਨੇ। ਭੂਪ ਪ੍ਰਜਾ ਤੇ ਦੇਸ਼ ਮਝਾਰੀ। ਜਿਹੜਾ ਉੱਥੋਂ ਦਾ ਰਾਜਾ ਹੈ, ਉੱਥੋਂ ਦੇ ਦੇਸ਼ ਦੀ ਪ੍ਰਜਾ ਹੈ। ਉਹ ਦੇਸ਼ ਵਿੱਚ ਸਭ ਸਰੇਵਰੇ ਕੋ ਅਨਸਾਰੀ। ਸਾਰੇ ਜਿੰਨੇ ਸਾਨੂੰ ਸਰੇਵੜੇ ਦੇ ਹੁਕਮ ਵਿੱਚ ਸੀ। ਜੈਨੀਆਂ ਦੇ ਵਿੱਚੋਂ ਹੀ ਫਿਰਕਾ ਸਰੇਵੜਿਆਂ ਦਾ, ਉਹਦੇ ਅਨੁਸਾਰ ਸਨ। ਜਬ ਬਰਖਾ ਕੀ ਹੋਵੇ ਚਾਹੀ।
ਇਹ ਜਦੋਂ ਉਹਨਾਂ ਨੂੰ ਮੀਂਹ ਦੀ ਲੋੜ ਹੁੰਦੀ, ਵਰਸ਼ਾ ਦੀ ਲੋੜ ਹੁੰਦੀ, ਜਾਚਤ ਨਰ ਸਭ ਤਹਿ ਕੇ ਪਾਹੀ, ਲੋਕ ਉਹਦੇ ਕੋਲ ਜਾ ਕੇ ਭਾਈ ਸਾਰੇ ਬਰਖਾ ਦੀ ਮੰਗ ਕਰਦੇ ਸਨ। ਦੋਹਰਾ ਬਰਖਾ ਤਬ ਤੇ ਹਟ ਗਈ, ਜਬ ਤੇ ਬੈਠੇ ਜਾਏ। ਉਹੇ ਜੀ ਫਸਲ ਸੀ, ਸਮਾਂ ਸੀ, ਹੋਏ ਜਿਹਾ ਮੀਂਹ ਥੋੜੇ ਦਿਨਾਂ ਬਾਅਦ ਜ਼ਰੂਰਤ ਸੀ। ਜਦੋਂ ਮਹਾਰਾਜ ਉਸ ਹਾਰੂ ਦੇਸ਼, ਉਸ ਨਗਰ ਵਿੱਚ ਜਾ ਬੈਠੇ ਤਾਂ ਮੀਂਹ ਨਾ ਪਿਆ। ਉਦੋਂ ਦੀ ਬਰਖਾ ਜਿਹੜੀ ਸੀ ਹਟ ਗਈ। ਲੱਗੇ ਖੇਤ ਸੂਕਨ ਸਰਬ, ਕੋ ਨਹਿ ਹੋਤ ਉਪਾਏ। ਸਾਰੇ ਜਿਹੜੇ ਖੇਤ ਸੀ ਸੁੱਕਣ ਲੱਗ ਪਏ, ਕੋਈ ਗੁਰਮੁਖੋ ਪਾ ਯਤਨ ਨਹੀਂ ਸੀ ਹੋ ਰਿਹਾ। ਚੌਪਈ ਖਿੰਚੀ ਕਲਾ ਤਾਹੇ ਕੀ ਸਗਰੀ। ਉਸ ਰੇਵੜੇ ਦੀ ਸਾਰੀ ਸ਼ਕਤੀ ਮਹਾਰਾਜ ਨੇ ਖਿੱਚ ਲਈ ਸੀ। ਜੋ ਗੁਰ ਬਨਿਓ ਹੁਤੋ ਸਭ ਨਗਰੀ, ਜਿਹੜਾ ਸਾਰੇ ਨਗਰ ਦਾ ਆਪ ਹੀ ਰੱਬ ਬਣਿਆ ਹੋਇਆ ਸੀ। ਜਬ ਬਰਖਾ ਕੀ ਭੀ ਬਹੁ ਚਾਹੀ, ਜਦੋਂ ਬਰਖਾ ਦੀ ਬਹੁਤ ਚਾਹਨਾ ਹੈ। ਨਰ ਮਿਲ ਗਏ ਸਰੇਵਰੇ ਪਾਹੀ, ਲੋਕ ਇਕੱਠੇ ਹੋ ਕੇ ਉਸ ਸਰੇਵੜੇ ਕੋਲ ਪਹੁੰਚੇ ਹਨ। ਆਪਨ ਮੰਤਰ ਵਿਦ ਸੰਗ ਉਚਰਿਓ, ਉਹਨੇ ਆਪਣੇ ਮੰਤਰਾਂ ਨੂੰ ਵਿਧੀ ਸਹਿਤ ਉਚਾਰਿਆ। ਮੇਹੋ ਨ ਪਰਾ ਯਤਨ ਕਰ ਹਰਿਓ, ਪਰ ਮੀਂਹ ਨਾ ਪਿਆ, ਬਹੁਤ ਯਤਨ ਕਰਦਾ ਰਿਹਾ। ਕਿਤਕ ਮਨਜ ਗੁਰ ਪੈ ਚੱਲ ਆਏ, ਕੁਝ ਲੋਕ ਗੁਰੂ ਸਾਹਿਬ ਦੇ ਕੋਲੇ ਚੱਲਨੇ, ਯਤਨ ਕਰਨਾ। ਦੇਖੋ ਅਰਦਾਸ ਮਹਾਰਾਜ ਕੋਲੇ ਕਰਨੀ ਬੜੀ ਚੰਗੀ ਗੱਲ ਹੈ। ਤੇ ਪਰ ਮੀਂਹ ਤਾਂ ਹੁਣ ਉਹਦੇ ਹੱਥ ਵੱਸ ਹੈ ਨਾ, ਲੋਕੀ ਜੱਗ ਵਗੈਰਾ ਕਰਦੇ ਆ। ਤੇ ਕਈਆਂ ਰਿਵਾਜ ਹੈ, ਕਈ ਕਹਿੰਦੇ ਤੁਹਾਡੇ ਵਾਲੇ ਜੱਗ ਨਾਲ ਨਹੀਂ ਪਿਆ, ਹੁਣ ਅਸੀਂ ਕਰਾਂਗੇ ਫਲਾਨੀ ਜਗ੍ਹਾ ਅਸੀਂ ਪਵਾਵਾਂਗੇ। ਇਹ ਹਿੰਡ ਕਰਦੇ। ਤੁਸੀਂ ਰੱਬ ਕਾਹਤੋਂ ਬਣਦੇ ਹੋ ਭਾਈ? ਜੱਗ ਮਹਾਰਾਜ ਇਹ ਲੰਗਰ ਹੈ। ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਬੇਨਤੀ ਕਰਕੇ ਨਾ, ਗੁਰੂ ਘਰ ਬਣਿਆ ਹੋਇਆ, ਜੋ ਮਰਜੀ ਇੱਥੇ ਆ ਕੇ ਅਰਦਾਸ ਬੇਨਤੀ ਕਰੇ। ਜਿਹੜਾ ਰਿਵਾਜ ਜਿਹਾ ਹੁੰਦਾ ਫਲਾਨਿਆਂ ਨੇ ਉੱਥੇ ਮੋਟਰ ਤੇ ਜੱਗ ਕਰ ਲਿਆ, ਧਰੁਣਾਣਿਆਂ ਨੇ ਉੱਥੇ ਕਰ ਲਿਆ, ਇਹਦਾ ਹਿੰਡਾਂ ਨੇ ਆਪਦੀਆਂ ਵੀ ਆਪਦੇ ਸੋ ਇੱਕ ਦੂਜੇ ਨੂੰ ਦਿਖਾਉਣਾ। ਤੇ ਜੇ ਬਾਈ ਚਾਂਸ ਉਹਦੇ ਪੈ ਜੇ ਫਿਰ ਦੂਜਿਆਂ ਨੂੰ ਚੜਾਉਂਦੇ ਆ, ਕਿਉਂ ਤੁਸੀਂ ਖੰਭਲੇ ਕਰਕੇ ਹੁਣ ਪਵਾਇਆ ਮੀਂਹ ਅਸੀਂ ਜੱਗ ਕਰਕੇ। ਇਹ ਹੰਕਾਰ ਕਾਹਦਾ ਕਰਨਾ ਭਾਈ? ਤੁਹਾਡੇ ਹੱਥ ਵੱਸ ਹੋਵੇ ਫਿਰ ਜੱਗ ਕਰੋ, ਇਹਨੇ ਉਹੀ ਪਵਾ ਲਿਆ ਕਰੋ। ਇਹ ਤਾਂ ਕੋਈ ਵੀ ਹੈ ਤੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ, ਗੁਰੂ ਮਹਾਰਾਜ ਦੇ ਦਰ ਘਰ ਤੇ ਸਾਰਿਆਂ ਲਈ ਦਰ ਘਰ ਸਾਂਝਾ ਹੈ, ਸਭ ਦਾ ਹੀ ਹੈ ਨਾ। ਤੇ ਇੱਥੇ ਹੀ ਜੋ ਕੁਝ ਵੀ ਕਰਨਾ ਉਹ ਕਰਨਾ ਚਾਹੀਦਾ। ਕੋਈ ਵੀ ਕਰ ਲੋ ਪਾ ਕੇ ਲੋ ਭਾਈ। ਪਹਿਲੀ ਗੱਲ ਤਾਂ ਜਿਹੜਾ ਹੈ ਨਾ ਸਰਬ ਸਾਂਝੇ ਵਿੱਚ ਹੀ ਠੀਕ ਹੁੰਦਾ, ਫਿਰ ਹਉਮੈ ਨਹੀਂ ਆਉਂਦੀ ਹੁੰਦੀ। ਜਿਹੜਾ ਵੱਖਰਾ ਵੱਖਰਾ ਕੁਦਰਤੀ ਉਹਦੇ ਚ ਹਉਮੈ ਆ ਜਾਂਦੀ ਹੈ। ਜਿਹੜਾ ਸਰਬ ਸਾਂਝਾ ਹੈ, ਚਾਹੇ ਤਿਲ ਫੁੱਲ ਜੋ ਪਾਤਾ, ਗਰੀਬ ਅਮੀਰ ਨੇ ਸਾਰਿਆਂ ਨੇ, ਫਿਰ ਉਹਦੇ ਵਿੱਚ ਕੋਈ ਹਉਮੈ ਭਾਵ ਨਹੀਂ ਰਹਿੰਦਾ ਹੈ। ਗੁਰੂ ਸਾਹਿਬ ਕਿਰਪਾ ਕਰਨ। ਜਦੋਂ ਬੜਾ ਹੋਇਆ ਤੇ ਆਪਨ ਮੰਤਰ ਵਿਦ ਸੰਗ ਉਚਰਿਓ, ਮੇਹੋ ਨਾ ਪਰਾ ਯਤਨ ਕਰ ਹਰਿਓ। ਮੀਂਹ ਨਾ ਪਿਆ, ਬੜੇ ਯਤਨ ਉਸਨੇ ਕੀਤੇ ਹਨ। ਕਿਤਕ ਮਨਜ ਗੁਰ ਪੈ ਚੱਲ ਆਏ, ਕੁਝ ਲੋਕ ਗੁਰੂ ਸਾਹਿਬ ਦੇ ਕੋਲੇ ਚੱਲ ਕੇ ਆ ਗਏ। 300 ਬੂਝਨ ਗਿਰਾ ਅਲਾਏ, ਉਹਨਾਂ ਤੋਂ ਪੁੱਛਣ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ। ਕਿਆ ਚਿੰਤਾ ਤੁਰ ਤੁਮ ਹੋ ਬੈਸੇ, ਕਿਉਂ ਤੁਸੀਂ ਭਾਈ ਚਿੰਤਾਤਰ ਹੋਏ ਬੈਠੇ ਹੋ? ਕਹੋ ਕੁਕਾਜ ਭਇਓ ਹੈ ਕੈਸੇ, ਦੱਸੋ ਭਾਈ ਕੀ ਮਾੜਾ ਕਰਮ ਹੋ ਗਿਆ, ਕਿਉਂ ਹੋਇਆ ਹੈ? ਸੁਣ ਬੋਲੇ ਜੇ ਮਨਜ ਦੁਖਾਰੇ, ਸੁਣ ਕੇ ਕਹਿਣ ਲੱਗੇ ਜਿਹੜੇ ਮਨੋ ਦੁਖੀ ਲੋਕ ਸਨ। ਜਬ ਬਿਨ ਸੂਕੇ ਸਰਬ ਕਿਦਾਰੇ, ਮਹਾਰਾਜ ਜਦੋਂ ਸਾਰੀ ਖੇਤੀ ਕਿਆਰੇ ਜਿਹੜੇ ਆ ਸੁੱਕੇ ਪਏ ਹਨ। ਮੇਹ ਦੇਤ ਥੋ ਗੁਰੂ ਹਮਾਰਾ, ਸਾਡਾ ਇੱਥੇ ਸਰੇਵੜਾ ਗੁਰੂ ਹੈ, ਜਦੋਂ ਅਸੀਂ ਜਾਂਦੇ ਸੀ ਉਹ ਮੀਂਹ ਪਵਾ ਦਿੰਦਾ ਸੀ। ਅਬ ਕਹਿ ਰਹੇ ਹੋ ਨਾ ਬਰਖਿਓ ਬਾਰਾ, ਤੇ ਹੁਣ ਉਹ ਮੰਤਰ ਮਾਰ ਕੇ ਕਹਿ ਕੇ ਹੰਭ ਗਿਆ, ਪਰ ਬਾਰਿਸ਼ ਨਹੀਂ ਪਈ ਹੈ। ਸ੍ਰੀ ਗੁਰ ਕਹਿ ਸਿਮਰੋ ਸਤਨਾਮ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਮਨੁੱਖ ਨੂੰ ਕੀ ਸਿਮਰਨਾ ਹੈ? ਤੁਸੀਂ ਵਾਹਿਗੁਰੂ ਪਰਮੇਸ਼ਰ ਨੂੰ ਸਿਮਰੋ, ਅਕਾਲ ਪੁਰਖ ਦਾ ਨਾਮ ਸਿਮਰੋ। ਦੋਹੋਂ ਲੋਕ ਮਹਿ ਆਵੇ ਕੰਮ,
ਇਹ ਜੋ ਪਰਮੇਸ਼ਰ ਦਾ ਸਿਮਰਨ ਹੈ ਨਾ, ਇਹ ਦੋਹਾਂ ਲੋਕ ਤੇ ਪ੍ਰਲੋਕ ਵਿੱਚ ਕੰਮ ਆਉਂਦਾ ਹੈ। ਤਜ ਸਰੇਵਰੇ ਕੀ ਅਬ ਸੇਵਾ, ਕਹਿੰਦੇ ਉਹ ਸਰੇਵੜੇ ਨੂੰ ਹੀ ਰੱਬ ਨਾ ਜਾਣੋ, ਉਹਦੀ ਸੇਵਾ ਛੱਡ ਕੇ ਜਾਚੋ ਏਕੰਕਾਰ ਅਭੇਵਾ, ਜੋ ਅਕਾਲ ਪੁਰਖ ਪਰਮਾਤਮਾ ਜੀ ਦੇ ਵਿੱਚ ਕੋਈ ਵੀ ਭੇਦ ਨਹੀਂ ਹੈ, ਜੋ ਭੇਦ ਤੋਂ ਰਹਿਤ ਹੈ, ਉਸ ਇੱਕ ਓੰਕਾਰ ਦਾ ਤੋਂ ਮੰਗੋ। ਸੁਣ ਕੇ ਕਹੈ ਜੋ ਗੁਰੂ ਹਮਾਰਾ, ਉਹ ਸੁਣ ਕੇ ਕਹਿੰਦੇ ਵੀ ਮਹਾਰਾਜ ਜਿਹੜਾ ਸਾਡਾ ਗੁਰੂ ਹੈ, ਆਪਨ ਕੋ ਕਹਿ ਹੈ ਕਰਤਾਰਾ, ਉਹ ਤਾਂ ਆਪਣੇ ਆਪ ਨੂੰ ਹੀ ਕਰਤਾਰ ਕਹਿੰਦਾ, ਲੋਕਾਂ ਨੂੰ ਕਹਿੰਦੇ ਹੋਰ ਵੀ ਕੋਈ ਕਰਤਾਰ ਹੈ। ਪਹਿਲੀ ਵਾਰ ਉਹਨਾਂ ਨੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਮੁਖੋਂ ਸੁਣਿਆ ਵੀ ਰੱਬ ਕੋਈ ਹੋਰ ਹੈ, ਨਹੀਂ ਤਾਂ ਗੁਰਮੁਖੋਂ ਸਰੇਵੜੇ ਨੂੰ ਹੀ ਕਰਤਾਰ ਸਮਝਦੇ ਸਨ। ਜੈਸੇ ਬ੍ਰਿਖ ਬੀਜ ਤੇ ਜੰਮੈ, ਜਿਵੇਂ ਕਹਿੰਦੇ ਦਰਖਤ ਹੈ ਜਿਹੜਾ ਉਹ ਬੀਜ ਤੋਂ ਜੰਮਦਾ ਹੈ ਨਾ, ਬੀਜ ਬ੍ਰਿਖ ਤੇ ਹੋਇ ਅਬਰਹਮ, ਸਾਡਾ ਗੁਰੂ ਕਹਿੰਦਾ ਵੀ ਦੇਖੋ ਉਸੇ ਦਰਖਤ ਤੋਂ ਹੀ ਬੀਜ ਪੈਦਾ ਹੋ ਜਾਂਦਾ ਹੈ। ਤਿਉ ਮਾਨੁਖ ਤੇ ਮਾਨੁਖ ਹੋਏ, ਇਸੇ ਤਰ੍ਹਾਂ ਮਨੁੱਖ ਤੋਂ ਮਨੁੱਖ ਬਣ ਜਾਂਦਾ ਹੈ। ਜਿਹੜੇ ਜੈਨੀ ਸਰੇਵੜੇ ਹਨ ਨਾ, ਇਹ ਪਰਮੇਸ਼ਰ ਤੋਂ ਨੂੰ ਨਹੀਂ ਮੰਨਦੇ, ਰੱਬੀ ਹੋਂਦ ਨੂੰ ਨਹੀਂ ਮੰਨਦੇ ਹੈ। ਕਿ ਜਿਵੇਂ ਮਨੁੱਖ ਤੋਂ ਮਨੁੱਖ ਹੁੰਦਾ ਹੈ, ਅਪਰ ਨ ਕਰਤਾ ਲਖਿਓ ਕੋਈ, ਕਹਿੰਦੇ ਮਹਾਰਾਜ ਉਹਨੇ ਸਾਨੂੰ ਇਹੀ ਦੱਸਿਆ ਵੀ ਇਸ ਹੋਰ ਕੋਈ ਕਰਤਾ ਪੁਰਖ ਨਹੀਂ ਹੈ। ਐਸ ਹਮੈ ਉਪਦੇਸ਼ ਦ੍ਰਿੜਾਇਓ, ਇਸ ਤਰ੍ਹਾਂ ਮਹਾਰਾਜ ਉਹਨੇ ਸਾਨੂੰ ਉਪਦੇਸ਼ ਦ੍ਰਿੜ ਕਰਵਾਇਆ। ਨਾਨਾ ਜੁਗਤ ਸੰਗ ਸਮਝਾਇਓ, ਤੇ ਬੜੀਆਂ ਜੁਗਤੀਆਂ ਸਹਿਤ ਉਹਨੇ ਸਾਨੂੰ ਸਮਝਾਇਆ ਹੈ। ਕਹਿ ਸਤਿਗੁਰ ਤੁਮ ਭੁੱਲੇ ਭਾਈ, ਗੁਰੂ ਮਹਾਰਾਜ ਕਹਿੰਦੇ ਭਾਈ ਤੁਸੀਂ ਭੁੱਲ ਚੁੱਕੇ ਹੋ। ਮਾਨਖ ਬਪਰਾ ਕਰਤਾ ਨਾਈ, ਇਹ ਮਨੁੱਖ ਹੈ ਵਿਚਾਰਾ, ਇਹ ਕਰਤਾ ਨਹੀਂ ਹੈ। ਜੇ ਚਾਹੋ ਬਰਖਾ ਪੁਨ ਕਲਿਆਣ, ਜੇ ਤੁਸੀਂ ਮੀਂਹ ਚਾਹੁੰਦੇ ਹੋ ਤੇ ਆਪਣਾ ਕਲਿਆਣ ਚਾਹੁੰਦੇ ਹੋ, ਕਰੋ ਤਿਹਾਵਲ ਬਿਨੈ ਬਖਾਨ, ਤਾਂ ਫਿਰ ਬੇਨਤੀ ਕਰੋ ਅਕਾਲ ਪੁਰਖ ਅੱਗੇ ਤਿਹਾਵਲ ਕੜਾ ਪ੍ਰਸ਼ਾਦ ਕਰਕੇ। ਇਹ ਬਿਧ ਸੁਣ ਕੇ ਗੁਰੂ ਸਮੀਪਾ, ਇਹ ਤਰ੍ਹਾਂ ਸਭ ਸੁਣ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਿੰਨੇ ਵੀ ਬੈਠੇ ਨੇ, ਨਰ ਚੱਲ ਗਏ ਨਿਕਟ ਅਵਨੀਪਾ, ਉਹ ਫਿਰ ਲੋਕ ਉੱਠ ਕੇ ਆਪਣੇ ਜਿਹੜਾ ਹੈ ਅਵਨੀਪਾ, ਜੋ ਭਾਈ ਰਾਜਾ ਹੈ ਜਾਂ ਅਵਨੀਪਾ, ਆਪਣੇ ਨਗਰ ਵਿੱਚ ਗਏ ਹਨ, ਆਪਣੇ ਰਾਜੇ ਕੋਲ ਗਏ ਹਨ, ਜਾਂ ਘਰਾਂ ਨੂੰ ਗਏ। ਅਵਨੀਪਾ ਵੈਸੇ ਪਾ ਨਾਮ ਪਤੀ ਦਾ ਹੋ ਜਾਂਦਾ, ਧਰਤੀ ਪਤੀ ਭਾਵ ਰਾਜੇ ਕੋਲ ਗਏ। ਸਰਬ ਬਿਰਤੰਤ ਤਬੀ ਕਹਿ ਦੀਨਾ, ਉਹਨਾਂ ਨੇ ਜਾ ਕੇ ਰਾਜੇ ਨੂੰ ਸਾਰੀ ਗੱਲ ਦੱਸੀ। ਗੁਰ ਢਿਗ ਮਿਲੇ ਤਿਹਾਵਲ ਕੀਨਾ, ਤੇ ਰਾਜਾ ਕਹਿੰਦੇ ਚਲੋ ਆਪਾਂ ਫਕੀਰ ਕੋਲੇ ਚੱਲਦੇ ਹਾਂ। ਗੁਰੂ ਸਾਹਿਬ ਦੇ ਕੋਲੇ ਇਕੱਠੇ ਹੋਏ, ਮਹਾਰਾਜ ਨੇ ਮਰਿਆਦਾ ਦੱਸੀ ਤਿਹਾਵਲ ਕੜਾ ਪ੍ਰਸ਼ਾਦ ਦੀ ਵੀ, ਭਾਈ ਆਹ ਵਸਤੂਆਂ ਲਿਆਓ ਰਸਦ, ਤੇ ਤਿਹਾਵਲ ਕੀਤਾ। ਕੀ ਅਰਦਾਸ ਜਬੈ ਕਰ ਜੋਰੀ, ਜਦੋਂ ਸਾਰੇ ਹੱਥ ਜੋੜ ਕੇ ਬੇਨਤੀ ਕੀਤੀ, ਤਬ ਹੀ ਉੱਠੀ ਘਟਾ ਘਨ ਘੋਰੀ, ਤਾਂ ਪੂਰੀ ਘਨਘੋਰ ਕਾਲੇ ਬੱਦਲ ਉੱਠ ਖੜੇ ਹਨ। ਬਾਰ ਧਰਾ ਪਰ ਪਰਿਓ ਵਿਸਾਲਾ, ਬਾਰ ਨਾਮ ਪਾਣੀ ਦਾ, ਧਰਤੀ ਤੇ ਬਹੁਤ ਪਾਣੀ ਵਰਸਿਆ। ਹਰਖ ਭਇਓ ਸਭ ਕੋ ਤੇ ਕਾਲਾ, ਉਸ ਸਮੇਂ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ। ਭੂਪ ਪਰਜਾ ਜੁਤ ਗੁਰੂ ਅਗਾਰੀ, ਜਿਨ੍ਹਾਂ ਰਾਜਾ ਪਰਜਾ ਸਾਰੇ ਸਤਿਗੁਰਾਂ ਦੇ ਅੱਗੇ ਅਤ ਨਿਮਰਤ ਹੋਏ ਬਿਨੈ ਉਚਾਰੀ, ਬਹੁਤ ਨਿਮਰਤਾ ਸਹਿਤ ਹੋ ਕੇ ਉਹਨਾਂ ਬੇਨਤੀ ਕੀਤੀ ਗਰੀਬ ਨਵਾਜ ਪਾਤਸ਼ਾਹ ਜੀ ਦੇ ਅੱਗੇ। ਨਿਜ ਉਪਦੇਸ਼ ਦੀਜੀਏ ਅਬਹੀ, ਮਹਾਰਾਜ ਕਿਰਪਾ ਕਰਕੇ ਆਪਣਾ ਉਪਦੇਸ਼ ਦੇਵੋ। ਕਰੋ ਸਿੱਖ ਸੇਵੈ ਹਮ ਸਭ ਹੀ, ਮਹਾਰਾਜ ਸਾਨੂੰ ਆਪਣੇ ਸਿੱਖ ਬਣਾਓ, ਸਾਰੇ ਅਸੀਂ ਤੁਹਾਡੀ ਸੇਵਾ ਕਰੀਏ। ਕਲਾ ਵਿਸਾਲ ਬਿਲੋਕ ਤੁਮਾਰੀ, ਤੁਹਾਡੀ ਮਹਾਰਾਜ ਵੱਡੀ ਕਲਾ ਸ਼ਕਤੀ ਵੇਖ ਕਰਕੇ। ਸ਼ਰਨ ਗਹੀ ਅਬ ਕਰੋ ਸੰਭਾਰੀ, ਮਹਾਰਾਜ ਤੁਹਾਡੀ ਸ਼ਰਨ ਫੜ ਲਈ, ਆਪ ਆਪਣੇ ਬਿਰਦ ਦੀ ਸੰਭਾਲ ਕਰੋ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੂੰ
ਇਉਂ ਬੇਨਤੀ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਉੱਥੇ ਭਾਈ ਚਰਨ ਪੌਲ ਦੇ ਕੇ ਸਿੱਖ ਬਣਾਏ ਤੇ ਉਹਨਾਂ ਨੂੰ ਉਪਦੇਸ਼ ਦਿੱਤਾ। ਇਹ ਆਪਾਂ ਕੱਲ ਦੇ ਸਮੇਂ ਵਿਚਾਰ ਲਵਾਂਗੇ। ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।